बहावलपुर की सरजमीन अपने अंदर एक सहर रखती है। हम अपने प्रोग्राम ये मुलाकात एक बहाना में एक सहर अंगेज़ अदबी शख्सियत अमजद जवेद साहब से आपकी मुलाकात करवा रहे हैं, जिनकी शख्सियत किसी तारफ़ को मोहताज नहीं। तो आइए मिलते हैं अमजद जवेद साहब से। अमजद साहब, वेलकम टू द शो। थैंक यू, बहुत शुक्रिया, बड़ी मेहरबानी। अच्छा अमजद साहब, लिखन का आगाज़ किदों कीता? ਕਿਹੜੀ ਕਲਾਸ ਸੀ ਤੇ ਸਭ ਤੋਂ ਪਹਿਲਾਂ ਨਜ਼ਮ ਲਿਖੀ ਜਾਂ ਕਹਾਣੀ ਲਿਖੀ? ਅੱਛਾ, ਪਹਿਲੀ ਗੱਲ ਤੇ ਕਿ ਤੁਹਾਡਾ ਬਹੁਤ ਸ਼ੁਕਰਗੁਜ਼ਾਰ ਹਾਂ। ਤੁਸੀਂ ਮੇਰਾ ਇੰਟਰੋ ਜਿਹੜਾ ਹੈ ਉਹ ਤੁਸੀਂ ਉਰਦੂ 'ਚ ਕਰਵਾਇਆ ਤੇ ਆਪਾਂ ਗੱਲ ਪੰਜਾਬੀ 'ਚ ਕਰਨੀ ਸ਼ੁਰੂ ਕਰ ਦਿੱਤੀ ਹੈ। ਸਾਰੀਆਂ ਆਪਣੀਆਂ ਜ਼ੁਬਾਨਾਂ ਨੇ, ਔਰ ਬੜੀਆਂ ਮਿੱਠੀਆਂ ਜ਼ੁਬਾਨਾਂ ਨੇ ਔਰ ਬਹੁਤ ਅੱਛੀ ਗੱਲ ਹੈ। ਤੇ ਜਿੱਥੇ ਤੱਕ ਤੁਹਾਡਾ ਸਵਾਲ ਹੈ ਕਿ ਸਭ ਤੋਂ ਪਹਿਲੇ ਜਿਹੜਾ ਸੀ ਕਿ ਮੈਂ ਕਹਾਣੀ ਲਿਖੀ ਹੈ, ਨਜ਼ਮ ਲਿਖੀ, ਤੇ ਸਭ ਤੋਂ ਪਹਿਲੇ ਮੈਂ ਕਹਾਣੀ ਲਿਖੀ ਔਰ ਬਿਲਕੁਲ ਇਸ ਤਰ੍ਹਾਂ ਲਿਖੀ ਕਿ ਇੱਕ ਦਿਨ ਮੈਂ ਸੋਚਿਆ ਕਿ ਹਾਂ ਯਾਰ ਮੈਂ ਕਹਾਣੀ ਲਿਖ ਸਕਦਾ ਤੇ ਮੈਂ ਕਹਾਣੀ ਲਿਖੀ ਔਰ ਮੈਂ ਕਹਾਣੀ ਲਿਖ ਕੇ ਕਿਸੇ ਨੂੰ ਦੱਸਿਆ ਹੋ ਗਿਆ ਔਰ ਮੈਂ ਸੱਚੀ ਕਹਾਣੀ ਨੂੰ ਭੇਜ ਦਿੱਤੀ। ਅੱਛਾ, ਉਹ 1 ਜਨਵਰੀ 88 ਚ ਕਹਾਣੀ ਜਿਹੜੀ ਹੈ ਸ਼ਾਇਆ। ਕਿਹੜੀ ਕਲਾਸ ਸੀ ਤੁਹਾਡੀ ਉਸ ਵੇਲੇ? ਮੈਂ ਉਸ ਵਕਤ BA ਦੇ ਸਾਲ ਅਵਲ ਚ ਸੀ। ਅੱਛਾ 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 ਅੱਛਾ। ਯਾਨੀ ਕਿ ਤੋਂ ਪਹਿਲਾਂ ਕਦੀ ਤੁਹਾਨੂੰ ਅਹਿਸਾਸ ਨਹੀਂ ਹੋਇਆ 5ਵੀਂ 10ਵੀਂ 12ਵੀਂ ਤੱਕ ਕਿ ਤੁਸੀਂ ਕੁਝ ਲਿਖ ਸਕਦੇ ਹੋ? ਨਹੀਂ, ਮੈਂ ਉਸ ਸੀ ਕਿ ਜਿਹੜਾ ਐਵੇਂ ਮੁਸ਼ਾਇਰੇ ਖਰਾਬ ਕਰਦੇ ਹੁੰਦੇ ਸੀ ਅਸੀਂ। ਅੱਛਾ ਅੱਛਾ। ਤੇ FA ਦੇ ਲੈਵਲ ਤੇ ਨਾ FA ਲੈਵਲ ਤੇ ਸੀ ਮੁਸ਼ਾਇਰੇ। ਉਸ ਤੋਂ ਪਹਿਲੇ ਸਿਰਫ ਮੈਂ ਪੜ੍ਹਦਾ ਹੁੰਦਾ ਸੀ। ਮੈਂ ਪੜ੍ਹਨ ਦਾ ਜਨੂਨ ਦੀ ਹੱਦ ਤੱਕ ਸ਼ੌਕ ਹੁੰਦਾ ਸੀ। ਤੇ ਔਰ ਉਹਦੇ ਵਿੱਚ ਨਾ ਇਹ ਦੇਖੋ ਬਗੈਰ ਕਿ ਕੌਣ ਰਾਈਟਰ ਕਿਸ ਤਰ੍ਹਾਂ ਸਭ ਹਰ ਚੀਜ਼ ਪੜ੍ਹੀ ਜਿਹੜੀ ਉਹਨਾਂ ਦਿਨਾਂ 'ਚ ਅਵੇਲੇਬਲ ਸੀ। ਤੇ ਦੂਸਰੀ ਗੱਲ ਇਹ ਕਿ ਉਹ ਮੁਸ਼ਾਇਰੇ ਖਰਾਬ ਕਰਨ ਦੇ ਵਿੱਚ ਨਾ ਤੁਕਬੰਦੀ ਕਰਨੀ ਔਰ ਤਰ੍ਹਾਂ ਫਿਕਰਾਬਾਜ਼ੀ ਕਰਨੀ, ਤਰ੍ਹਾਂ ਮਿਸਰਤ ਕਰਦਾ ਇਸ ਤਰ੍ਹਾਂ। ਇਹਦਾ ਮਤਲਬ ਕਿ ਪਹਿਲੀ ਕਹਾਣੀ ਤੁਸੀਂ ਵੱਡੇ ਸੀ ਤੇ ਵੱਡਿਆਂ ਲਈ ਲਿਖੀ, ਬੱਚਿਆਂ ਲਈ ਕੋਈ ਨਹੀਂ ਲਿਖੀ? ਬੱਚਿਆਂ ਨੂੰ ਤਾਂ ਕਨਸੈਪਟ ਹੀ ਕੋਈ ਨਹੀਂ ਸੀ। ਉਸ ਤੋਂ ਪਹਿਲੇ ਲਿਖਣ ਦਾ ਕਨਸੈਪਟ ਹੀ ਕੋਈ ਨਹੀਂ ਸੀ। ਅੱਛਾ, ਕਲਮੀ ਨਾਮਾ ਨਾਲ ਵੀ ਲਿਖਦੇ ਰਹੇ? ਨਹੀਂ, ਮੈਂ ਕਦੀ ਕਲਮੀ ਨਾਮ ਨਾਲ ਨਹੀਂ ਲਿਖਿਆ। ਇਹ ਰੀਸੈਂਟਲੀ ਜਸੂਸੀ ਡਾਈਜੈਸਟ ਦੇ ਵਿੱਚ ਨਾ ਅਗਰ ਕੋ ਮਤਲਬ ਕਿ ਕਹਾਣੀ ਚੱਲ ਰਹੀ ਹੈ ਤੇ ਫਿਰ ਉਹ ਇੱਕ ਉਹਨਾਂ ਦਾ ਕੋਈ ਹੈ ਐਸਾ ਨਾ ਕਿ ਇੱਕ ਰਾਈਟਰ ਜਿਹੜਾ ਹੁੰਦਾ ਉਹਦੀ ਇੱਕ ਨਾਮ ਤੋਂ ਦੋ ਕਹਾਣੀਆਂ ਨਹੀਂ ਹੁੰਦੀਆਂ, ਫਿਰ ਉਸ ਵਕਤ ਕਲਮੀ ਨਾਮ ਉਹ ਦੇ ਦਿੰਦਾ। ਸਹੀ ਸਹੀ। ਅਦਰਵਾਈਜ਼ ਮੈਂ ਕਲਮੀ ਨਾਮ ਤੋਂ ਕਦੀ ਨਹੀਂ ਲਿਖਿਆ। ਠੀਕ ਹੋ ਗਿਆ। ਚਾਂਦ ਤੇ ਅਦਾਬ ਅਰਜ਼ਲ ਕਿਦੋਂ ਆਏ? ਚਾਂਦ ਔਰ ਅਦਾਬ ਅਰਜ਼ਲ ਅਸਲ 'ਚ ਨਾ ਮੈਂ 93 ਦੇ ਵਿੱਚ ਜਿਹੜਾ ਨਾ 93 ਤੋਂ ਪਹਿਲੇ ਹੀ ਮੇਰਾ ਖਿਆਲ ਹੈ ਇਹ ਹੀਰਾ ਸੀ ਕਿ ਮੈਂ ਨਾ ਇੱਥੇ ਇਹਨਾਂ ਕੋਲ ਇੱਥੇ ਆਉਂਦਾ ਹੁੰਦਾ ਸੀ ਆਪਣਾ 90 ਦੇ ਵਿੱਚ ਮੈਂ 90 ਦੇ ਵਿੱਚ ਮੈਂ ਨਾ ਕਹਾਣੀ ਇੱਕ ਦਿਨ ਮੈਨੂੰ ਕਿਸੇ ਨੇ ਕਿਹਾ ਕਿ ਤੂੰ ਅਦਾਬ ਅਰਜ਼ਲ ਲਿਖ ਕੇ ਦਿਖਾ। तो मैं अदाब अरज़ल ਦੇ ਵਿੱਚ ਕਹਾਣੀ ਲਿਖ ਦਿੱਤੀ। ਤੇ ਇਹ ਮੇਰਾ ਖਿਆਲ ਯੂਨੀਵਰਸਿਟੀ ਦਾ ਦੌਰ ਸੀ ਮੇਰਾ 90 ਦਾ। ਅੱਛਾ ਅੱਛਾ। ਤੇ ਮੈਂ ਅਦਾਬ ਅਰਜ਼ਲ ਮੈਨੂੰ ਯਾਦ ਹੈ ਕਿ ਪਹਿਲੀ ਮੇਰੀ ਕਹਾਣੀ ਦੀ ਸ਼ੈਲਫ ਮੈਂ ਰੱਖੀ ਕਿਤਾਬ। ਅੱਛਾ ਅੱਛਾ। ਉਹ 'ਚ ਕਹਾਣੀ ਪਾਈ ਤੇ ਉਹਨਾਂ ਨੇ ਮੈਨੂੰ ਰਾਬਤਾ ਕੀਤਾ। ਸ਼ਾਇਦ ਇਸ ਨਾਂ ਤੋਂ ਨਾਵਲ ਵੀ ਮਾਰਕੀਟ 'ਚ ਤੁਹਾਡੇ? ਨਹੀਂ, ਨਾ ਕਹਾਣੀ ਦਾ ਮਜਮੂਆ ਹੈ। ਕਹਾਣੀਆਂ? ਅੱਛਾ, ਕਹਾਣੀਆਂ ਦਾ ਮਜਮੂਆ। ਠੀਕ। ਅੱਛਾ, ਉਸ ਤੋਂ ਬਾਅਦ ਇਹ ਹੋਇਆ ਕਿ ਉਹ ਜਿਹੜਾ ਨਾ ਚੱਲਦਾ ਗਿਆ ਸਿਲਸਿਲਾ ਮੈਂ ਉਹਦੇ 'ਚ ਕਹਾਣੀਆਂ ਲਿਖਣ ਦਾ, ਤੇ ਬਸ ਫਿਰ ਚੱਲਦਾ ਹੀ ਚਲਾ ਗਿਆ ਅਦਾਬ ਉਸ ਨਾਲ। ਫਿਰ ਉਹ ਚੱਲਦਾ ਹੀ ਚਲਾ ਗਿਆ। ਉਹਦੇ 'ਚ ਫਿਰ ਬੜੇ ਸਾਰੇ ਮੈਂ ਤਜਰਬਾਤ ਵੀ ਕੀਤੇ ਮੁਖਤਲਿਫ ਕਿਸਮ ਦੇ ਔਰ ਉਹਦੇ ਨਾਲ ਕਾਫੀ ਅਰਸਾ ਤੱਕ ਫਿਰ ਮੈਂ ਉਹਦੇ 'ਚ ਲਿਖਿਆ। ਚਾਂਦ 'ਚ ਵੀ ਲਿਖਿਆ ਤੇ ਫਿਰ ਉਹਦੇ ਨਾਲ ਚਾਂਦ ਆ ਗਿਆ ਤਾਂ ਇਹ ਵੀ ਤਜਰਬਾਤ ਦੀ ਗੱਲ ਸੀ। ਫਿਰ ਉਹਦੇ 'ਚ ਮੈਂ ਕਹਿੰਦਾ ਸੀ ਕਿ ਉਹ ਮੈਨੂੰ ਕਹਿੰਦੇ ਕਹਾਣੀ ਲਿਖੇ ਦੇ 'ਚ ਮੈਂ ਕਿਹਾ ਵੀ ਮੈਂ ਇਹ ਮਜ਼ਾ ਮੇਰਾ ਜਿਹੜਾ ਨਾ ਉਹ ਹੈ ਨਹੀਂ। ਮੈਂ ਸਮਝਦਾ ਕਿ ਮੈਂ ਮਜ਼ਾ ਨਹੀਂ ਲਿਖ ਸਕਦਾ। ਮਜ਼ਾ ਲਿਖਣਾ ਬਹੁਤ ਬੜਾ ਕੰਮ ਹੈ ਔਰ ਉਹਦੇ ਲਈ ਬਹੁਤ ਬੜਾ ਵਿਜ਼ਨ ਚਾਹੀਦਾ ਔਰ ਬਹੁਤ ਬੜਾ ਮਤਾਲਿਆ ਚਾਹੀਦਾ। ਫਿਕਰਾਬਾਜ਼ੀ ਕਰਨਾ ਬਹੁਤ ਬੜੀ ਗੱਲ ਹੈ। ਔਰ ਮੈਂ ਸਮਝਦਾ ਕਿ ਮਜ਼ਾਹ ਨਗਾਰ ਇਹ ਇੱਕ ਵਾਰੀ ਮੇਰੀ ਮੁਲਾਕਾਤ ਹੋਈ ਸੀ ਅਸ਼ਰਫ ਰਾਈ ਸਾਹਿਬ ਨਾਲ, ਤਾਂ ਉਹਨਾਂ ਨੇ ਕਿਸੇ ਨਾਲ ਇਸ ਤਰ੍ਹਾਂ ਗੱਲ ਕੀਤੀ। ਉਹਨਾਂ ਬੜੀ ਉਹਨੇ ਕਿਹਾ ਕਿ ਜਿਸ ਤਰ੍ਹਾਂ ਸੰਜੀਦਗੀ ਦੀ ਆਖਰੀ ਹੱਦ ਜਾਂਦੀ ਹੈ ਨਾ ਉੱਥੋਂ ਕੀ ਮਜ਼ਾਕ ਸ਼ੁਰੂ ਹੁੰਦਾ। ਤੇ ਇਹਦਾ ਮਤਲਬ ਬਹੁਤ ਜ਼ਿਆਦਾ ਸੰਜੀਦਾ ਹੋਣਾ ਚਾਹੀਦਾ ਪਹਿਲੇ ਤਾਂ ਬੰਦੇ ਨੂੰ, ਉਸ ਤੋਂ ਬਾਅਦ ਫਿਰ ਮਜ਼ਾਕ ਕ੍ਰੀਏਟ ਹੁੰਦਾ। ਤੇ ਬਾਕੀ ਫੱਪੀ ਤੇ ਇਹ ਜੁਗਤ ਤਾਂ ਬਹੁਤ ਮਾਮੂਲੀ ਜਿਹੀਆਂ ਗੱਲਾਂ ਨੇ ਤੇ ਉਸ ਵਾਸਤੇ ਮੈਂ ਉੱਥੇ ਚੱਲ ਨਹੀਂ ਸਕਿਆ। ਤੇ ਬੜਾ ਤਜਰਬਾ ਮੈਂ ਕੀਤਾ ਉਸ 'ਚ ਕਾਲਮ ਨਿਗਾਰੀ ਦਾ, ਮਜ਼ਾਹੀਆ ਕਾਲਮ ਦਾ ਮੈਂ ਤਜਰਬਾ ਕੀਤਾ ਔਰ ਬੜਾ ਕਾਮਯਾਬ ਰਿਹਾ ਤੜੇਬਾਜ਼ੀ ਦੇ ਨਾਮ ਤੋਂ। ਤੇ ਲੇਕਿਨ ਫਿਰ ਵਕਤ ਨਹੀਂ ਮਿਲ ਸਕਿਆ ਇਹਦੇ ਲਈ ਬੜਾ ਪੂਰੀ ਮਿਹਨਤ ਕਰਨੀ ਪੈਂਦੀ ਬਹੁਤ ਜ਼ਿਆਦਾ। ਅੱਛਾ, ਹੁਣ ਤੁਸੀਂ ਬੱਚਿਆਂ ਲਈ ਵੀ 2 ਨਾਵਲ ਮੇਰਾ ਖਿਆਲ ਲਿਖ ਲਏ? ਹਾਂਜੀ, ਬੱਚਿਆਂ ਲਈ ਮੇਰਾ ਨਾਵਲ ਹੈ ਕੋਈ ਜੀ ਬॉय। ਅੱਛਾ, ਜੀ ਬॉय ਦੇ ਐਕਸਟੈਂਡ ਦੂਸਰਾ ਨਾਵਲ ਆਇਆ ਜੀ ਵਿਸ਼ਨ। ਫਿਰ ਉਸ ਤੋਂ ਬਾਅਦ ਜੀ ਐਡਵੈਂਚਰ ਚੱਲ ਰਿਹਾ ਉਹਨਾਂ ਦੇ ਰਸਾਲਿਆਂ 'ਚ, ਉਹ ਵੀ ਕਿਤਾਬੀ ਸੂਰਤ 'ਚ ਆ ਜਾਏਗਾ। ਅੱਛਾ ਅੱਛਾ। ਯਾਨੀ ਕਿ ਹੁਣ ਤੁਸੀਂ ਬੱਚਿਆਂ ਲਈ ਲਿਖ ਰਹੇ ਹੋ? ਮੁਖਤਲਿਫ ਜਗ੍ਹਾ ਤੇ ਵੀ ਲਿਖਿਆ ਤੁਸੀਂ। ਅਸੀਂ ਅਦਬੀਆਤ ਦੇ ਰਸਾਇਲ 'ਚ ਵੀ ਤੁਹਾਨੂੰ ਦੇਖਦੇ ਹਾਂ ਅਤਫਾਲ ਦੇ ਨਾਂ ਤੋਂ, ਜਿਹੜੇ ਅਦਬੀਆਤ ਅਤਫਾਲ ਦੇ ਨਾਂ ਤੋਂ ਛਪਦੇ।
ਅੱਛਾ ਹੁਣ ਤੁਸੀਂ ਤੇ ਅੱਛਾ ਬੱਚਿਆਂ ਦਾ ਜਿਹੜਾ ਕਿਰਦਾਰ ਆ ਹਾਂਜੀ ਮਸਲਨ ਜਿਸ ਤਰ੍ਹਾਂ ਉਹ ਹੈਰੀ ਪੋਟਰ ਦਾ ਉਹਨਾਂ ਨੇ ਕਿਰਦਾਰ ਇੱਕ ਤਖਲੀਕ ਕੀਤਾ, ਉਹਨੂੰ ਲਿਆਂਦਾ, ਤੁਸੀਂ ਆਪਣਾ ਜੀ ਬॉय ਜਿਹੜਾ ਵਾ ਉਹ ਆਪਣਾ ਲੋਕਲ ਜੀ ਬॉय ਆ ਜਾਂ ਤੁਸੀਂ ਵੀ ਉਥੋਂ ਚੀਜ਼ ਮਸਤਾਰ ਲਈ? ਨਹੀਂ ਮਤਲਬ ਜਿਹੜੀ ਨਾ ਸਾਇੰਸੀ ਐਕਚੁਅਲੀ ਸਾਇੰਸ ਫਿਕਸ਼ਨ ਜਿਹੜਾ ਜੀ ਬॉय ਤੋਂ ਜੀ ਤੋਂ ਮੁਰਾਦ ਕੀ ਤੁਸੀਂ? ਜੈਨੇਟਿਕ। ਅੱਛਾ ਠੀਕ। ਉਹ ਨਾ ਕਿਉਂਕਿ ਜਿਹੜੀ ਜੈਨੇਟਿਕ ਇੰਜੀਨੀਅਰਿੰਗ ਜਿਹੜੀ ਹੈ ਨਾ ਇਸ ਵਕਤ ਉਹ ਸਮਝੋ ਕਿ ਮਿਸਟਰੀ ਹੈ ਬਹੁਤ ਬੜੀ, ਔਰ ਉਹ ਸਮਝ ਜਾਦੂ ਦੀ ਛੜੀ ਹੈ, ਔਰ ਉਹਨੇ ਇਸ ਦੁਨੀਆ ਦੇ ਵਿੱਚ ਬਹੁਤ ਬੜਾ ਇਨਕਲਾਬ ਪੈਦਾ ਕੀਤਾ। ਸਹੀ। ਜੀਨਸ ਦੀ ਤਬਦੀਲੀ ਦੇ ਨਾਲ ਫਿਰ ਉਹ ਮਤਲਬ ਰਿਸ਼ਤੇ ਬਹੁਤ, ਜਦੋਂ ਅਸੀਂ ਪੜ੍ਹੀਏ ਨਾ ਇਸ ਦੁਨੀਆ 'ਚ ਜਾਈਏ ਇਸ ਦੁਨੀਆ ਦੇ ਵਿੱਚ, ਜਦੋਂ ਅਸੀਂ ਬਾਅਦ ਪੜ੍ਹਦੇ ਹਾਂ ਤੇ ਸਾਨੂੰ ਇਹਦੇ ਬਾਰੇ ਬਹੁਤ ਇੱਕ ਵਸੀਹ ਮੈਦਾਨ ਨਜ਼ਰ ਆਉਂਦਾ। ਦੇਖੋ ਨਾ ਜੀ, ਗੁਲਾਬ ਤੇ ਗੁਲਾਬੀ ਰੰਗ ਦਾ ਸੀ ਨਾ, ਉਹਨੂੰ ਲਾਲ ਤੋਂ ਲੈ ਕੇ ਨੀਲਾ ਕਰ ਦੇਣਾ ਤੇ ਕਾਲਾ ਕਰ ਦੇਣਾ ਤੇ ਹਰਾ ਕਰ ਦੇਣਾ, ਚਿੱਟਾ ਕਰ ਦੇਣਾ, ਇਹ ਕਿਸ ਚੀਜ਼ ਦੀ ਹੈ? ਔਰ ਸਾਡੇ ਅੰਦਰ ਸਲਾਈਤਾਂ ਕਿਸ ਤਰ੍ਹਾਂ ਦੀ ਨੇ, ਕਿਸ ਤਰ੍ਹਾਂ ਮਤਲਬ। ਅੱਛਾ ਚਲੋ ਉਹ ਤਾਂ ਇੱਕ ਸਾਇੰਸ ਜਾਂ ਉਹ ਚੀਜ਼ਾਂ ਹੈ ਨੇ। ਇਹ ਤਜਰਬਾ ਅੱਛਾ ਰਿਹਾ ਤੁਹਾਡਾ, ਨਾਵਲ ਜਿਹੜਾ ਕਾਮਯਾਬ ਰਿਹਾ? ਬਹੁਤ ਸ਼ਾਨਦਾਰ। ਪਾਕਿਸਤਾਨ ਦਾ ਪਹਿਲਾ ਹੀਰੋ ਬਣਿਆ ਔਰ ਨਾਵਲ ਦੀ ਸੂਰਤ ਦੇ ਵਿੱਚ, ਫਿਕਸ਼ਨ ਦੇ ਵਿੱਚ ਉਹਨੂੰ ਮਤਲਬ ਪਸੰਦ ਕੀਤਾ ਗਿਆ ਤੇ ਫਿਰ ਦੂਸਰਾ ਨਾਵਲ ਆਇਆ, ਫਿਰ ਉਹਨੂੰ ਪਸੰਦ ਕੀਤਾ ਗਿਆ ਤੇ ਹੁਣ ਤੀਸਰਾ ਨਾਵਲ ਆਇਆ। ਠੀਕ ਹੈ। ਤੋ ਮਾਸ਼ਾਅੱਲਾ ਕਿਸੇ ਵੇਲੇ ਉਹ ਇਸ ਤਰ੍ਹਾਂ ਬਰੋਡ ਹੋ ਜਾਏਗਾ, ਕਿਸ ਤਰ੍ਹਾਂ। ਮੈਨੂੰ ਬਹੁਤ ਸਾਰੇ ਆਪਣੇ ਬਹੁਤ ਪਿਆਰੇ ਦੋਸਤ ਨੇ, ਇਜਾਜ਼ ਫਕਰੀ ਸਾਹਿਬ ਨੇ, ਬੜੇ ਖੂਬਸੂਰਤ ਦੋਸਤ ਨੇ, ਉਹ ਅਕਸਰ ਮੈਨੂੰ ਇਹ ਕਹਿੰਦੇ ਨੇ ਕਿ ਯਾਰ ਤੁਸੀਂ ਇਹਨਾਂ ਦਾ ਕੁਝ ਬਣਾ ਕੇ ਲੋਗੋ ਸ਼ੋਗੋ ਤੇ ਇਹ ਉਹ ਸਾਰਾ ਕੁਝ ਜਿਹੜਾ ਦਾ ਕਰਕੇ ਤੇ ਫਿਰ ਮੈਂ ਉਹੀ ਕਰਨਾ ਨਾ ਕਿ ਜਿਹੜਾ ਬੋਲੇ ਉਹ ਕੁੰਡਾ ਖੋਲੇ, ਮੈਂ ਉਹਨਾਂ ਨੂੰ ਕਹਿੰਦਾ ਹੈਗਾ ਤੁਸੀਂ ਕਰਦੇ, ਉਹਨਾਂ ਕੋਲ ਟਾਈਮ ਨਹੀਂ ਹੁੰਦਾ। ਇਹ ਚਾਹੀਦਾ ਕਿ ਜੋ ਜੀ ਬॉय ਦਾ ਸਿੰਬਲ ਵਗੈਰਾ ਵਾਲੇ ਕਰਕੇ, ਔਰ ਇਨਸ਼ਾਅੱਲਾ ਹੋ ਜਾਏਗਾ ਇਹਦਾ। ਅੱਛਾ ਜਿਹੜੇ ਤੁਹਾਡੇ ਕਹਾਣੀ ਦੇ ਕਿਰਦਾਰ ਹੁੰਦੇ ਜੀ, ਉਹ ਤਖਯਲਾਤੀ ਆ ਜਾਂ ਮੁਆਸ਼ਰੇ ਚੋਂ ਲੈਂਦੇ? ਇਹ ਮੈਂ ਮੁਆਸ਼ਰੇ ਚੋਂ ਕਹਾਣੀ ਲੈਂਦਾ। ਤਖਯਲ ਅਗਰ ਤੁਸੀਂ ਕੋਈ ਮਾਵਰਾਈ ਕੋਈ ਚੀਜ਼ ਲਿਖਣਾ ਚਾਹ ਰਹੇ ਹੋ ਜਾਂ ਤੁਸੀਂ ਕੋਈ ਕਹਿ ਸਕਦੇ ਹੋ ਕਿ ਸਾਇੰਸ ਫਿਕਸ਼ਨ ਚ ਕੁਝ ਚੀਜ਼ ਲਿਖਣਾ ਚਾਹ ਰਹੇ ਹੋ ਤਾਂ ਉਹਦੇ ਲਈ ਤਾਂ ਤੁਸੀਂ ਤਖਯਲ ਕੋ ਲੈ ਕੇ ਆਉਂਦੇ ਹੋ। ਸ਼ਹਿਜ਼ਾਦੇ ਵਗੈਰਾ ਵੀ ਤਾਂ ਸਾਡੇ ਤਖਯਲ ਹੀ ਹੁੰਦੇ ਨੇ ਨਾ, ਤੇ ਨਾ ਉਹ ਫਿਕਸ਼ਨ ਚ ਉਹ ਦੂਸਰੇ ਹਵਾਲੇ ਨਾਲ ਆ ਜਾਂਦਾ ਨਾ। ਲੇਕਿਨ ਮੇਰੀ ਜ਼ਿਆਦਾਤਰ ਕਹਾਣੀ ਜਿਹੜੀ ਨਾ ਇਸ ਮੁਆਸ਼ਰੇ ਦੇ ਕਿਰਦਾਰਾਂ ਤੇ ਹੀ ਮੁਸ਼ਤਮਿਲ ਹੈ। ਜ਼ਿਆਦਾਤਰ ਬੁਨਿਆਦੀ ਜਿਹੜੇ ਉਹਨਾਂ ਦੇ ਮਸਾਇਲ ਨੇ ਉਹ ਮੁਆਸ਼ਰੇ ਦੇ ਨਾਲ ਹੀ ਰਿਲੇਟਡ ਨੇ। ਹੁਣ ਦੇਖੋ ਮੇਰਾ ਇੱਕ ਕਰੈਕਟਰ ਸੀ ਅੰਮ੍ਰਿਤ ਕੌਰ, ਮੈਂ ਕਿਧਰੇ ਘੜਿਆ ਨਹੀਂ ਸੀ, ਇਹ ਵੀ ਮੈਨੂੰ ਇਸ ਤਰ੍ਹਾਂ ਮਿਲਿਆ ਔਰ ਉਹ ਕਹਾਣੀ ਦੇ ਵਿੱਚ ਤੇ ਉਹ ਕਹਾਣੀ ਦੀ ਡਿਮਾਂਡ ਦੇ ਮੁਤਾਬਕ ਤੇ ਉਹ ਇਸ ਦੁਨੀਆ ਤੋਂ ਚਲੀ ਗਈ ਹੈ, ਲੇਕਿਨ ਉਹ ਹਜੇ ਵੀ ਜ਼ਿੰਦਾ ਹੈ ਔਰ ਉਹ ਭਾਰਤ ਦੇ ਸ਼ਹਿਰ ਲੁਧਿਆਣਾ ਚ ਸੀ ਔਰ ਉਹ ਹਜੇ ਵੀ ਕਹਿੰਦੀ ਹੈ ਕਿ ਮੈਂ ਹੀ ਸੱਸੀ ਹਾਂ ਤੇ ਮੈਂ ਮੇਰਾ ਜਿਹੜਾ ਇਹ ਵਾਲਾ ਜਿਹੜਾ ਜਨਮ ਹੈ ਉਹ ਮਤਲਬ ਉਹਨਾਂ ਦੀ ਆਪਣੀ ਮਿੱਥ ਹੈ ਕਿ ਉਹ ਜਿਹੜਾ ਮੈਂ ਉਹ ਅੱਜ ਕੱਲ ਅਮਰੀਕਾ ਰਹਿ ਰਹੀ ਹੈ, ਲੇਕਿਨ ਸਾਰੀ ਕਹਾਣੀ ਜਿਹੜੀ ਹੈ ਨਾ ਉਹਦੇ ਚ ਉਹ ਹੈ। ਔਰ ਉਸ ਤੋਂ ਪਹਿਲੇ ਇੱਕ ਜਿਹੜੀ ਕਹਾਣੀ ਸੀ ਮੈਨੂੰ ਸੱਚੀ ਮੁੱਚੀ ਦੀ ਕਹਾਣੀ ਲਾਹੌਰ ਤੋਂ ਲੱਭੀ ਸੀ, ਬਾਬਾ ਨੂਰ ਮੁਹੰਮਦ ਹਕੀਕਤ ਚ ਕਰੈਕਟਰ ਸੀ। ਅੱਛਾ ਤੁਹਾਡੇ ਨਾਵਲ ਜਿਹੜੇ ਆ ਹਮਸਾਇਆ ਮੁਲਕ ਚ ਵੀ ਸ਼ਾਇਦ ਕਿਸੇ ਜ਼ੁਬਾਨ ਚ ਤਰਜਮਾ ਹੋਏ ਨੇ? ਹਾਂਜੀ, ਅੰਮ੍ਰਿਤ ਕੌਰ ਦੇ ਬਾਰੇ ਮੈਨੂੰ ਕਿਹਾ ਗਿਆ ਕਿ ਇਹ ਚੁੱਕੇ ਇੱਕ ਆਦੇ ਚ ਅਮਨ ਦੇ ਬਾਰੇ ਗੱਲ ਕੀਤੀ ਗਈ ਹੈ, ਮੁਹੱਬਤ ਦੇ ਬਾਰੇ ਗੱਲ ਕੀਤੀ ਗਈ ਔਰ ਖਾਸ ਤੌਰ ਤੇ ਕਲਚਰ ਦੇ ਜਿਹੜੇ ਹਵਾਲੇ ਨਾਲ ਜਿਹੜਾ ਨਾ ਉਹ ਉਹਦੇ ਚ ਹੈ ਤੇ ਉਹ ਮੈਨੂੰ ਕਿਹਾ ਗਿਆ ਕਿ ਇਹਨੂੰ ਅਸੀਂ ਗੁਰਮੁਖੀ ਚ ਉਧਰ ਕਰਨਾ ਚਾਹ ਰਹੇ ਹਾਂ। ਅੱਛਾ। ਤੇ ਔਰ ਮੈਂ ਉਹਨਾਂ ਨੂੰ ਸਿਰਫ ਗੱਲ ਇਹ ਸੀ ਕਿ ਮੈਂ ਕਿਹਾ ਵੀ ਇਹਦੇ ਚ ਤੁਸੀਂ ਕੱਟਣਾ ਵੱਢਣਾ ਕੁਝ ਨਹੀਂ, ਮਤਲਬ ਤੁਸੀਂ ਉਹਨੂੰ ਆਪਣੇ ਉਸ ਹਿਸਾਬ ਦੇ ਨਾਲ ਕਰਨਾ ਸ਼ੁਰੂ ਕਰ ਦਿਓ। ਹੈ ਨਾ ਕੁਝ ਸਿਆਸੀ ਮਾਮਲਾਤ ਵੀ ਪੈਂਦੇ ਨੇ। ਬਿਲਕੁਲ ਬਿਲਕੁਲ। ਤੇ ਉਹ ਇਸ ਤਰ੍ਹਾਂ ਕੁਝ ਥੋੜਾ ਜਿਹਾ ਹੈ ਤੇ ਬਾਕੀ ਉਹ ਪੰਜਾਬੀ ਚ ਵੀ ਹੋ ਰਿਹਾ ਨਾਵਲ। ਅੱਛਾ। ਤੇ ਫਿਰ ਉਹ ਉਧਰਲੇ ਪਾਸੇ ਗੁਰਮੁਖੀ ਦੇ ਵਿੱਚ ਵੀ ਉਹਦੇ ਲਈ ਕੁਝ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਹੀ ਸਹੀ। ਤੇ ਇਸ ਤਰ੍ਹਾਂ ਕਰਕੇ। ਅੱਛਾ ਇਸ ਵੇਲੇ ਕਿੰਨੇ ਨਾਵਲ ਤੁਹਾਡੇ ਮਾਰਕੀਟ ਚ ਨੇ? 34 ਦੇ ਲਗਭਗ ਨੇ। 34 ਉਹ ਜਿਹੜੇ ਪਬਲਿਸ਼ਰਸ ਦੇ ਤਹਿਤ ਛਪ ਕੇ ਮਾਰਕੀਟ ਚ ਨੇ? ਹਾਂਜੀ। ਤੇ ਕਿੰਨੇ ਪਾਈਪਲਾਈਨ ਚ ਹੋਣਗੇ ਇਸ ਵੇਲੇ? ਮਤਲਬ ਪਾਈਪਲਾਈਨ ਚ ਉਹਨਾਂ ਨੂੰ ਅਗਰ ਕਿਤਾਬਾਂ ਦੇ ਹਿਸਾਬ ਨਾਲ ਰੱਖਿਆ ਜਾਵੇ ਤਾਂ ਪਤਾ ਨਹੀਂ ਕਿੰਨਾ ਕੁਝ ਹੋਏਗਾ। ਮਤਲਬ ਹੁਣ ਪਿਛਲੇ ਦਿਨਾਂ ਅਦੀਬ ਆਨਲਾਈਨ ਨੇ ਕਿਤਾਬਾਂ ਲਈਆਂ ਤੇ ਉਹਦੇ ਵਿੱਚ ਹੁਣ ਮੇਰੀ ਰੀਸੈਂਟਲੀ ਜਿਹੜੀ ਕਹਾਣੀ ਸੀ ਅਨਾਗੀਰ, ਉਹ ਉਹਨਾਂ ਨੇ ਈ ਬੁੱਕ ਦੇ ਹਿਸਾਬ ਨਾਲ ਛਾਪ ਰਹੀ, ਉਹਦੇ 4 ਹਿੱਸੇ ਬਣ ਗਏ ਨੇ ਤੇ ਕੁਝ ਡਾਈਜੈਸਟ ਦੇ ਵਿੱਚ ਜਿਹੜੀ ਕਹਾਣੀਆਂ ਸੀ ਚੁਣੀਦਾ ਕਹਾਣੀਆਂ ਉਹ ਉਹਨਾਂ ਨੇ ਈ ਬੁੱਕਸ ਦੇ ਹਵਾਲੇ ਨਾਲ ਵੀ ਲਾ ਲਈਆਂ ਨੇ। ਉਹ ਮੈਂ ਹੁਣ ਦੇਖ ਰਿਹਾ ਕਿ ਜਿਹੜਾ ਪਿਛਲਾ ਮੇਰਾ ਕੰਮ ਹੈ ਉਹਦੀ ਵੀ ਡਿਮਾਂਡ ਉਹ ਬਣਾ ਰਹੇ ਨੇ, ਕਹਿੰਦੇ ਕਿ ਜੀ ਈ ਬੁੱਕਸ ਦੇ ਹੁਣ ਚੁੱਕਾ ਅਗਲਾ ਦੌਰ ਈ ਬੁੱਕਸ ਦਾ ਵੀ ਆ ਰਿਹਾ ਹੈ
ਤੇ ਉਹ ਫਿਰ ਉਹਦੇ ਵਿੱਚ ਨਾ ਮੇਰਾ ਖਿਆਲ ਹੈ ਕਿ ਹੁਣ ਉਹ ਅਗਰ ਉਸ ਕਿਤਾਬਾਂ ਨੂੰ ਕਹਿੰਦਾ ਮੇਰੇ ਖਿਆਲ 100 ਕਿਤਾਬਾਂ ਨੇ ਰੈਂਡਮਲੀ ਤੇ ਉਹੀ ਕੰਮ ਬਣ ਜਾਣਾ ਹੈ। सही सही माशाल्लाह जी माशाल्लाह। क्योंकि मैं 88 तो लिखन लगा कहानियां वगैरह सब ठीक, कुछ हो। ठीक। अच्छा बाबा यही आ हाँ जी। इस वेले तसव्वुफ दा एक बड़ा नाम है। हम्म। ਤੁਸੀਂ ਤੇ ਬਾਬਾ ਯਹੀ ਅਦਾਬਰ ਚ ਇਕੱਠੇ ਲਿਖਦੇ ਰਹੇ। ਹਾਂਜੀ 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 ਤੁਹਾਡਾ ਉਹਨਾਂ ਦੇ ਹਾਂਜੀ, ਨਾਲ ਹਾਂਜੀ, ਬਿਲਕੁਲ। ਦੌਰ ਕੁਝ ਮੈਚ ਹੋਇਆ। ਹਾਂਜੀ ਹਾਂਜੀ ਹਾਂਜੀ। ਅੱਜ ਦੇ ਬਾਬਾ ਯਹੀ ਚ ਤੇ ਅੱਜ ਦੇ ਅਮਜਦ ਵਿੱਚ ਕੀ ਫਰਕ? ਉਹ ਇਹ ਥੋੜਾ ਜਿਹਾ ਸਵਾਲ ਹੈ ਤੇ ਇਹਨੂੰ ਇਸ ਤਰ੍ਹਾਂ ਕਰਕੇ ਅਸੀਂ ਦੇਖ ਲੈਂਦੇ ਆ ਕਿ ਬਾਬਾ ਯਾਇਆ ਜਿਹੜੇ ਸੀ ਨਾ ਉਹਨਾਂ ਨੇ ਇੱਕ ਕਹਾਣੀ ਲਿਖੀ ਮੋਮ ਕੀ ਮੂਰਤ। ਅੱਛਾ। ਤੇ ਉਸ ਹਵਾਲੇ ਨਾਲ ਨਾ ਖਾਲਿਦ ਬਿਨ ਹਮਦ ਉਹਨੇ ਕਿਹਾ ਕਿ ਉਦੋਂ ਦਿਨਾਂ 'ਚ ਮੈਂ ਅਖਬਾਰੇ ਖਵਾਤੀਨ ਦਾ ਬਿਊਰੋ ਸੀ ਮੇਰੇ ਕੋਲ। ਸਹੀ ਸਹੀ। ਤੇ ਉਹ ਆਏ ਮੇਰੇ ਕੋਲ ਤੇ ਉਦੋਂ ਬਾਬਾ ਯਾਇਆ ਨਹੀਂ ਸੀ। ਅੱਛਾ। ਖਾਲੀ ਯਾਇਆ ਸੀ। ਇਹ ਸਮ ਸਹੀ। ਤੇ ਕਹਾਣੀ ਬਹਰਹਾਲ ਬਹੁਤ ਅੱਛੀ ਲਿਖਦੇ ਸੀ, ਉਹਦੀ ਜ਼ੁਬਾਨੋਂ ਬਿਆਨ ਬਹੁਤ ਅੱਛਾ ਉਹਨਾਂ ਦਾ। ਮੈਂ ਉਹਨਾਂ ਦੀ ਕਹਾਣੀ ਪੜ੍ਹ ਕੇ ਉਹਨਾਂ ਨਾਲ ਅਟਰੈਕਟ ਹੋਇਆ ਸੀ। ਮੈਂ ਸ਼ਹਿਜ਼ਾਦਾ ਮੁੰਦਰਾਂ ਵਾਲਾ ਪੜ੍ਹ ਕੇ ਉਹਨਾਂ ਨਾਲ ਅਟਰੈਕਟ ਹੋਇਆ ਸੀ। ਕਹਾਣੀ ਬਹੁਤ ਸ਼ਾਨਦਾਰ ਸੀ। ਉਹ ਮੇਰੇ ਕੋਲ ਆਏ ਆ ਕੇ ਤੇ ਉਹ ਉਹਨਾਂ ਦੇ ਨਾਲ ਉਸ ਤੋਂ ਪਹਿਲੇ ਮੈਂ ਇੱਕ ਕਹਾਣੀ ਲਿਖ ਚੁੱਕਾ ਸੀ ਬੰਜਰ ਰੂਹੀ। ਅੱਛਾ। ਉਹ ਜਿਹੜੇ ਅਦਾਬਸ ਦੇ ਕਾਇਰੀਨ ਉਹਨਾਂ ਨੂੰ ਪਤਾ ਹੈ ਕਿ ਉਹ ਕਹਾਣੀ ਕਿਸ ਲੈਵਲ ਤੇ ਗਈ ਸੀ ਔਰ ਕਿੰਨਾ ਪਸੰਦ ਕੀਤੀ ਗਈ ਸੀ। ਤੇ ਬਾਬਾ ਯਾਇਆ ਉਸੇ ਮਾਮਲਾ ਦੇ ਵਿੱਚ ਨਾ ਇੱਕ ਮੋਮ ਕੀ ਮੂਰਤ ਲਿਖਣਾ ਚਾਹ ਰਹੇ ਸੀ। तो खालिद साहब ने कहते वो चीज़ बन नहीं पा रही जी वो बननी चाहिए थी, क्योंकि मैं कोई रिसर्च की थी 3 साल देते बंजर रूहें थे। फिर वो मेरे को आए, उन्होंने गपशप की उस हवाले नाल। वो कोई बुरी गल नहीं कि ਅਸੀਂ मैं मतलब ਤੁਹਾਡੇ ਕੋਲ ਜਾਣਾ ਉਹ ਤੇ ਅਦਬੀ ਆਦਮੀ ਅਗਰ ਮਿਲ ਵੀ ਲੈਣ ਉਹ ਮੈਂ ਮੇਰੀ ਜਿਹੜੀ ਉਹਨਾਂ ਦੀ ਮੁਲਾਕਾਤ ਹੋਈ ਹੈ ਉਹ ਉਸ ਵਕਤ ਦੀ ਸੀ ਜਿਸ ਵਕਤ ਉਹ ਬਾਬਾ ਨਹੀਂ ਬਣੇ ਸਨ। ਠੀਕ ਹੋ ਗਿਆ। ਤੇ ਫਿਰ ਮੈਂ ਆਪਣੇ ਕੁਝ ਮਸਾਇਲ ਸ਼ਾਮ ਹੋ ਗਿਆ, ਮੈਂ ਕਾਫੀ ਅਰਸਾ ਫਿਰ ਅਦਾਬਰ ਚ ਨਹੀਂ ਲਿਖਿਆ ਤੇ ਉਹਨਾਂ ਦਿਨਾਂ ਚ ਇੱਕ ਲਿਖਣ ਲੱਗ ਪਏ ਬਾतें ਬਾਬਾ ਜੀ ਕੀ। ਅੱਛਾ ਅੱਛਾ। ਤੇ ਫਿਰ ਉਹ ਇਹ ਬਾਬਾ ਬਣ ਗਏ ਤੇ ਉਹ ਅਸੀਂ ਫਿਰ ਗੈਰ ਬਾਬਾ ਹੀ ਰਹਿ ਗਏ। ਸਹੀ। ਤੇ ਮੈਂ ਉਹੀ ਅਮਜਦ ਜਵੇਦ ਹਾਂ ਪਹਿਲੇ ਵਾਲਾ ਤੇ ਜਿਹੜਾ ਹੁਣ ਅਮਜਦ ਜਵੇਦ ਹਾਂ। ਅੱਛਾ ਅਮਜਦ ਸਾਹਿਬ ਹੋਰ ਵੀ ਲੋਕ ਕਹਾਣੀ ਲਿਖਦੇ ਨੇ, ਨਾਵਲ ਲਿਖਦੇ, ਬੜੇ ਜ਼ਖੀਮ ਨਾਵਲ ਲੋਕਾਂ ਨੇ ਲਿਖੇ। ਖਾਸ ਤੌਰ ਤੇ ਤੁਹਾਡੇ ਤੇ ਅਮੈਰਾ ਅਹਿਮਦ ਤੇ ਲੋਕ ਇਤਰਾਜ਼ ਕਰਦੇ ਹੋ ਕਿ ਤੁਹਾਡੇ ਪੈਰਾਗ੍ਰਾਫ ਜਿਹੜੇ ਆ ਉਹ ਬਹੁਤ ਵੱਡੇ ਹੁੰਦੇ। ਇਹਦੀ ਇੱਕ ਕੋਈ ਲੌਜਿਕ ਹੈ, ਕੋਈ ਵਜ੍ਹਾ ਹੈ ਜਾਂ ਸਿਰਫ ਕਹਾਣੀ ਦਾ ਪੇਟ ਭਰਨ ਲਈ, ਕਾਗਜ਼ਾਤ ਦਾ ਪੇਟ ਭਰਨ ਲਈ ਤੁਸੀਂ ਇਹ ਕੰਮ ਕਰਦੇ ਹੋ? ਨਹੀਂ ਪਤਾ ਅਸਲ ਗੱਲ ਹੈ ਕਿ ਅਮੈਰਾ ਅਹਿਮਦ ਬੀਬੀ ਬਾਰੇ ਅਗਰ ਕੋਈ ਹੋਇਆ ਤੇ ਮੈਂ ਉਹਦੇ ਬਾਰੇ ਕੋਈ ਗੱਲ ਨਹੀਂ ਕਰ ਸਕਦਾ, ਉਹਦਾ ਜਵਾਬ ਉਹ ਹੀ ਦੇ ਸਕਦੇ ਨੇ। ਲੇਕਿਨ ਮੈਂ ਆਪਣੇ ਬਾਰੇ ਇੱਕ ਜਵਾਬ ਦੇ ਸਕਦਾ ਕਿ ਮੈਂ ਕਦੀ ਵੀ ਕੋਈ ਭਰਤੀ ਦਾ ਪੈਰਾ ਨਹੀਂ ਲਿਖਿਆ। ਅੱਛਾ ਮੇਰੇ ਆਪਣੇ ਜ਼ਿਹਨ 'ਚ ਹੁੰਦਾ ਕਿ ਅਗਰ ਇੱਕ ਮਕਸਦ ਜਾਂ ਇੱਕ ਬੁਨਿਆਦੀ ਖਿਆਲ ਜਿਹੜਾ ਹੁੰਦਾ ਉਹਦੇ ਬਾਰੇ ਇੱਕ ਵੀ ਫਿਕਰਾ ਜ਼ਾਇਦ ਨਾ ਜਾਏ ਤੇ ਪੈਰਾ ਤਾਂ ਬਹੁਤ ਦੂਰ ਦੀ ਗੱਲ ਹੈ। ਯਾਨੀ ਕਿ ਤੁਸੀਂ ਸਮਝਦੇ ਹੋ ਕਿ ਉਸ ਪੈਰੇ ਦਾ, ਉਸ ਤਹਿਰੀਰ ਦਾ ਬੁਨਿਆਦੀ ਖਿਆਲ ਨਾਲ ਉਹਦਾ ਤਲਕ ਹੈ, ਬੁਨਿਆਦੀ ਖਿਆਲ ਨਾਲ ਜ਼ਰੂਰ ਤਲਕ ਹੋਏਗਾ ਤੇ ਤਾਂ ਕਿ ਹੁੰਦੇ ਨਾ ਐਸਪੈਕਟਸ ਕਿਸੇ ਨੂੰ ਸਮਝਾਉਣ ਵਾਸਤੇ ਇੱਕ ਗੱਲ ਹੈ, ਇੱਕ ਪਹਿਲੂ ਨਾਲ ਸਮਝਾਤੀ, ਦੂਸਰੇ ਪਹਿਲੂ ਨਾਲ ਸਮਝਾਤੀ, ਤੀਸਰੇ ਪਹਿਲੂ ਨਾਲ ਸਮਝਾਤੀ, ਉਹ ਅੱਗੇ ਜਾ ਕੇ ਕਿਸੇ ਨਾ ਕਿਸੇ ਤਰੀਕੇ ਨਾਲ ਉਸ ਕਹਾਣੀ ਦੇ ਨਾਲ ਉਸ ਬੁਨਿਆਦੀ ਮਕਸਦ ਦੇ ਨਾਲ ਰਿਲੇਟ ਹੋਏਗੀ ਲਾਜ਼ਮੀ। तो किसी वक्त मुझे लगता है कि ਜਿਹੜਾ ਕੋ ਪਹਿਲਾ ਪੈਰਾ ਕਿ ਇਹ ਕੁਝ ਸਾਈਡ ਤੇ ਹੈ, ਕੁਝ ਕਹਾਣੀ ਦੇ ਸੀਕੁਐਂਸ ਚ ਨਹੀਂ ਆ ਰਿਹਾ। ਉਸ ਵੇਲੇ ਮਹਿਸੂਸ ਹੁੰਦਾ ਵਾ ਹਾਂ ਲੇਕਿਨ ਅੱਗੇ ਜਾ ਕੇ ਉਹ ਰਿਲੇਟ ਹੁੰਦਾ ਅੱਗੇ ਪਾਸੇ ਕਿਉਂਕਿ ਜੋ ਖਾਕਾ ਇੱਕ ਰਾਈਟਰ ਦੇ ਜ਼ਿਹਨ ਚ ਹੁੰਦਾ ਹੈ ਕਹਾਣੀ ਉਹਦੇ ਦਿਮਾਗ ਤੇ ਪੂਰੀ ਕਹਾਣੀ ਨਹੀਂ, ਜਿਵੇਂ ਤੁਸੀਂ ਹੁਣੇ ਫਰਮਾਇਆ ਕਿ ਕਹਾਣੀ ਉਤਰਦੀ ਪੂਰੀ, ਤੇ ਉਸ ਤਰੀਕੇ ਨਾਲ ਇਹ ਹੁੰਦਾ ਹੈ ਕਿ ਜਿਵੇਂ ਕਿ ਤੁਸੀਂ ਪੂਰੀ ਕਹਾਣੀ ਲੈ ਕੇ ਟੁਰ ਰਹੇ ਹੁੰਦੇ, ਰਾਈਟਰ ਦੇ ਜ਼ਿਹਨ ਤੇ ਸਭ ਕੁਝ ਹੈ ਕਿ ਮੈਂ ਇਹਨੂੰ ਇੱਥੋਂ ਕਹਾਣੀ ਨੂੰ ਲੈ ਕੇ ਟੁਰਿਆ ਤੇ ਮੈਂ ਇੱਥੇ ਤੱਕ ਜਾਣਾ ਹੈ। ਤੇ ਉਹ ਸਫ਼ਰ ਦੇ ਦਰਮਿਆਨ ਦੇ ਵਿੱਚ ਜਿਹੜਾ ਨਾ ਉਸ ਚੀਜ਼ਾਂ ਆਉਂਦੀਆਂ ਉਸ। अच्छा आज तक वैसे देवता मेरा ख्याल शायद लंबी या ज़ख़ीम तरीन कहानी समझी जाती है। उस तो बाद शायद एजाज उमैरा अहमद दे कोल आ या दे दरमियान च कोई है मेरी ना नहीं होर काशिफ है एक नहीं ज़ख़ीम जड़ा नावल। हाँ जी काशिफ है अपना ताहिर जावेद मुगल साहब है, काशिफ ज़ुबैर और अपना ताहिर जावेद मुगल है। उस तो पहले भी कुछ कहानियां जड़ियां ऐसी जड़ियां देखा मैं ਤੁਹਾਡੇ ਜ਼ਿਹਨ ਚ ਵੀ ਮੇਰਾ ਖਿਆਲ ਹੈ ਸ਼ਾਇਦ ਬੇਰੰਗ ਪੀਆ ਐਸਾ ਵਾ ਜਿਹੜਾ ਤੁਹਾਡੇ ਸਾਰੇ ਨਾਵਲਾਂ ਤੋਂ ਸ਼ਾਇਦ ਲੰਬਾ ਨਾਵਲ ਹੈ। ਨਹੀਂ ਮੇਰਾ ਜ਼ਿਆਦਾ ਲੰਬਾ ਜਿਹੜਾ ਨਾਵਲ ਹੈ ਉਹ ਹੈ ਕਲੰਦਰ ਜ਼ਾਤ। ਉਹ ਹਿੱਸਿਆਂ ਚ ਆਇਆ। ਹਾਂਜੀ ਜਿਹੜਾ ਹਿੱਸਿਆਂ ਚ ਆਇਆ ਬੇਰੰਗ ਪੀਆ ਤੇ ਬਹੁਤ ਮਤਲਬ ਉਹ ਨਾਵਲ ਹੈ, ਉਹ ਮੈਂ ਪੂਰੀ ਕੋਈ ਜ਼ਿਹਨ ਦੇ ਕਿਸੇ ਆਪਣਾ ਹੈ ਜ਼ਿਹਨ ਦੇ ਕਿਸੇ ਹਿੱਸੇ ਦੇ ਵਿੱਚ ਵੀ ਕਿ ਜ਼ਿੰਦਗੀ ਚ ਕੋਈ ਐਸਾ ਨਾਵਲ ਲਿਖਣਾ ਜਿਹੜਾ ਕਿ ਇਹਨਾਂ ਤੋਂ ਚਲੋ ਦੇਵਤਾ ਤੋਂ ਸ਼ਾਇਦ ਨਹੀਂ ਅੱਗੇ ਜਾ ਸਕਦਾ ਲੇਕਿਨ ਜਿਹੜੇ ਦੂਸਰੇ ਸਾਥੀਆਂ ਨੇ ਲਿਖੇ ਨੇ ਉਹਨਾਂ ਤੋਂ ਅੱਗੇ ਉਹ ਚਲਾ ਜਾਵੇ? ਨਹੀਂ ਅਸਲ ਚ ਨਾ
ਇਹਨੂੰ ਤੁਸੀਂ ਇੱਕ ਗੱਲ ਨੂੰ ਲੈ ਸਕਦੇ ਹੋ ਕਿ ਇੱਕ ਹੁੰਦਾ ਨਾ ਕਿ ਰਿਕਾਰਡ ਬੀਟ ਕਰਨਾ, ਅੱਛਾ ਉਹ ਇੱਕ ਗੱਲ ਇੱਕ ਅਲੱਗ ਹੈ। ਇੱਕ ਗੱਲ ਹੈ ਕਿ ਤੁਸੀਂ ਜਿਹੜਾ ਕੰਮ ਕਰ ਰਹੇ ਹੋ, ਤੁਸੀਂ ਮਤਲਬ ਕਹਾਣੀ ਜਿਹੜੀ ਹੈ ਨਾ ਉਹ ਆਪਣਾ ਇਖਤਤਾਮ ਵੀ ਆਪ ਆਪਣੇ ਨਾਲ ਹੀ ਲੈ ਕੇ ਆਉਂਦੇ। ਜਿਸ ਤਰ੍ਹਾਂ ਨਾ ਇੱਕ ਖਿਆਲ ਆਪਣੇ ਨਾਲ ਲਫ਼ਜ਼ ਲੈ ਕੇ ਆਉਂਦਾ ਹੈ, ਇਸ ਤਰ੍ਹਾਂ ਕਹਾਣੀ ਵੀ ਆਪਣਾ ਐਂਡ ਆਪਣੇ ਨਾਲ ਲੈ ਕੇ ਆਉਂਦੀ ਹੈ। ਅੱਛਾ, ਉਹਨੂੰ ਕਹਾਣੀ ਨੂੰ ਹੁਣ ਤੁਸੀਂ ਧੋਣਾ ਸ਼ੁਰੂ ਕਰ ਦਿਓ, ਉਹਨੂੰ ਐਵੇਂ ਰਗੇਦਣਾ ਸ਼ੁਰੂ ਕਰ ਦਿਓ। ਇਹ ਨਹੀਂ ਕਿ ਤੁਹਾਡੇ ਕਹਿਣ ਦਾ ਮਕਸਦ ਆ ਵਾ ਕਿ ਉਹਨੂੰ ਫਜ਼ੂਲ ਐਵੇਂ ਵਧਾ, ਹਾਂ ਖਿੱਚਣਾ ਨਹੀਂ ਕਹਾਣੀ ਹਰ। ਦੇਖੋ ਜੀ, ਬੈਸ ਦੀ ਜੀ ਗੱਲ ਕਰਨਾ ਕਿ ਰਾਜਿਆਂ ਦੇ ਘਰ ਨਾ ਮੋਤੀਆਂ ਦਾ ਘਾਟਾ ਨਹੀਂ ਹੁੰਦਾ। ਸਹੀ ਠੀਕ ਹੈ। ਅਗਰ ਕੋਈ ਕ੍ਰੀਏਟਿਵ ਆਦਮੀ ਹੈ ਨਾ ਤਾਂ ਉਹਦੇ ਕੋਲ ਜਿਹੜਾ ਨਾ ਅਗਰ ਇੱਕ ਖਿਆਲ ਹੈ ਤਾਂ ਨਿਤ ਨਵੇਂ ਖਿਆਲ ਆਉਂਦੇ ਰਹਿੰਦੇ ਨੇ। ਔਰ ਉਹ ਕਿਸੇ ਵੇਲੇ ਮਸਲਾ ਇਹ ਬਣ ਜਾਂਦਾ ਹੈ ਕਿ ਯਾਰ ਮੈਂ ਇਹ ਖਿਆਲ ਰਹਿ ਗਿਆ, ਇਹਨੂੰ ਮੈਂ ਲਿਖਣਾ ਹੈ, ਇਹ ਖਿਆਲ ਰਹਿ ਗਿਆ, ਇਹਨੂੰ ਮੈਂ ਲਿਖਣਾ ਹੈ ਖਿਆਲ, ਲੇਕਿਨ ਡਿਮਾਂਡ ਕੁਝ ਹੋਰ ਚੀਜ਼ਾਂ ਦੀ ਆ ਰਹੀ ਹੁੰਦੀ ਹੈ। ਉਹ ਨਾਵਲ ਆਏਗਾ, ਜਦੋਂ ਆਏਗਾ ਉਦੋਂ ਹੀ ਲਿਖਿਆ ਜਾਣਾ। ਹਾਂਜੀ, ਮਤਲਬ ਤੁਸੀਂ ਉਹ ਬਣਾਉਣਾ ਨਹੀਂ ਕਿ ਯਾਰ ਇਸ ਨਾਵਲ ਨੂੰ ਮੈਂ ਦੂਸਰਿਆਂ ਤੋਂ ਲੰਬਾ ਕਰਨਾ। ਹਾਂਜੀ, ਨਹੀਂ ਇਹ ਲੰਬਾ, ਇਹ ਵਾਲਾ ਕਨਸੈਪਟ ਨਹੀਂ। ਨਾਲੇ ਹੁਣ ਇੱਕ ਹੋਰ ਚੀਜ਼ ਵੀ ਹੈ ਕਿ ਜਦੀਦ ਦੁਨੀਆ ਦੇ ਵਿੱਚ ਨਾ ਹੁਣ ਲੰਬੀਆਂ ਚੀਜ਼ਾਂ ਨਹੀਂ ਚੱਲਦੀਆਂ। ਸਹੀ ਔਰ ਇਹ ਚ ਕ੍ਰਿਸਪੀ ਚੀਜ਼ਾਂ ਆ ਰਹੀਆਂ ਨੇ, ਉਹਦੇ ਚ ਇਹ ਵੀ ਹੋ ਰਿਹਾ ਕਿ ਜਿਹੜਾ ਨਾ ਤੁਸੀਂ ਸਮਾਰਟ ਚੀਜ਼ਾਂ ਨਾਲ ਜਾਓ, ਉਹ ਵੀ ਇੱਕ ਪਹਿਲੂ ਹੈ ਇਹਦਾ। ਅੱਛਾ, ਮੁਬਸ਼ਰ ਅਲੀ ਜ਼ੈਦੀ ਦੀ 100 ਲਫ਼ਜ਼ੀ ਕਹਾਣੀਆਂ ਤੋਂ ਬਾਅਦ ਇੱਕ ਸਮਾਰਟ ਸਟੋਰੀ ਬੱਚਿਆਂ ਲਈ ਤੁਸੀਂ ਇੱਕ ਨਵਾਂ ਤਸਵਰ ਦਿੱਤਾ, ਜਿਹੜਾ ਕਿ ਸੋਸ਼ਲ ਮੀਡੀਆ ਤੇ ਇੱਕ ਅਦਾਰੇ ਨੇ ਵੀ ਉਹਨੂੰ ਅੱਗੇ ਵਧਾਇਆ ਉਸ ਕੰਮ ਨੂੰ। ਤੁਸੀਂ ਸਮਝਦੇ ਹੋ ਕਿ ਇਹ ਰੁਝਾਨ ਠੀਕ ਹੈ? ਲੇਕਿਨ ਕੁਝ ਲੋਕ ਇਸ ਰੁਝਾਨ ਨੂੰ ਠੀਕ ਨਹੀਂ ਸਮਝਦੇ। ਉਹ ਕਹਿੰਦੇ ਨੇ ਕਿ ਯਾਰ ਤੁਸੀਂ ਕਿਸੇ ਬੰਦੇ ਦਾ ਵਨ ਲਾਈਨਰ ਖਰਾਬ ਕਰਦੇ ਹੁੰਦੇ ਹੋ, ਉਸ ਵਨ ਲਾਈਨਰ ਤੇ ਇੱਕ ਨਾਵਲ ਵੀ ਲਿਖ ਸਕਦਾ, ਇੱਕ ਵੱਡੀ ਸਟੋਰੀ ਵੀ ਲਿਖ ਸਕਦਾ। ਜੀ ਮੈਂ ਕਹਿੰਦਾ ਕਿ ਉਹਨਾਂ ਨੂੰ ਕੌਣ ਰੋਕਦਾ ਕਿ ਉਹ ਨਾ ਲਿਖੋ, ਵੱਡੀ ਕਹਾਣੀ ਨਾ ਲਿਖੋ, ਨਾਵਲ ਨਾ ਲਿਖੋ। ਕੌਣ ਰੋਕਦਾ ਉਹਨਾਂ ਨੂੰ? ਲਿਖੋ, ਬਾਅਦ ਚ ਲਿਖ ਲਵੋ। ਬਲਕਿ ਅੱਛੀ ਗੱਲ ਹੈ ਕਿ ਤੁਸੀਂ ਵਨ ਲਾਈਨਰ ਆਪਣਾ ਦਿਓ। ਅਸਲ ਸਮਾਰਟ ਸਟੋਰੀ ਕਹਾਣੀ ਦਾ ਨਾ ਕਨਸੈਪਟ ਹੀ ਅਲੱਗ ਹੈ। ਇਹਦੇ ਜੇ ਕਿ ਤੁਸੀਂ 150 ਮੈਂ ਬਹੁਤ ਇਹਨਾਂ ਦੇ ਹੁਣ ਜੋ ਤਜਰਬਾ ਹੋਇਆ ਨਾ, ਇਹਦੇ ਚ ਬਹੁਤ ਸਾਰੇ ਲੋਕਾਂ ਨੂੰ ਦੇਖਿਆ ਕਿ ਮੇਰੇ ਕਈ ਰਾਈਟਰ ਜਿਹੜੇ ਨੇ ਨਾ ਉਹ ਚ ਲਿਖ ਹੀ ਨਹੀਂ ਸਕਦੇ। ਮੇਰੇ ਦੌਰ ਦੇ ਜਿਹੜੇ ਰਾਈਟਰ ਨੇ ਕਿ ਉਹ ਸਮੇਟ ਨਹੀਂ ਸਕਦੇ। ਅੱਛਾ, ਇੱਕ ਗੱਲ, ਅੱਛਾ ਤੁਸੀਂ ਥੋੜੇ ਲਫ਼ਜ਼ਾਂ ਦੇ ਵਿੱਚ ਇੱਕ ਪਿਆਰੀ ਗੱਲ, ਖੂਬਸੂਰਤ ਗੱਲ ਕਹਿਣਾ ਇਹ ਵੀ ਤਾਂ ਸਿੱਖੋ ਨਾ। ਅਸਲ ਜਿਹੜਾ ਬੁਨਿਆਦੀ ਮਕਸਦ ਇਹ ਸੀ ਕਿ ਥੋੜੇ ਲਫ਼ਜ਼ਾਂ ਚ ਅਸੀਂ ਜਦੋਂ ਡਿਜੀਟਲ ਤੇ ਨੂੰ ਲੈ ਕੇ ਆਈਏ ਤੇ ਜਿਹੜੇ ਸਾਡੇ ਛੋਟੇ ਬੱਚੇ ਨੇ ਉਹ ਪੜ੍ਹਨ ਵੀ, ਦੇਖਣ ਵੀ ਤੇ ਸੁਣਨ ਵੀ। ਇਹਦਾ ਸਮਾਰਟ ਕਹਾਣੀ ਦਾ ਜਿਹੜਾ ਨਾ ਬੁਨਿਆਦੀ ਕਨਸੈਪਟ ਇਹ ਹੈ ਕਿ ਪੜ੍ਹਨ, ਸੁਣਨ ਔਰ ਦੇਖਣ। ਔਰ ਇਹਦੇ ਨਾਲ ਬੜਾ ਅੱਛਾ ਤਜਰਬਾ ਸਾਬਤ ਹੋਇਆ ਕਿ ਜਿਹਦੇ ਨਾਲ ਇੱਕ ਤਾਂ ਜਦੋਂ ਕਿਤਾਬ ਦੀ ਰਸਾਲੇ ਤੇ ਛਪਿਆ ਹੈ ਉਹਦੇ ਚ ਪਿੱਛੇ ਬਹੁਤ ਜ਼ਬਰਦਸਤ ਕਿਸਮ ਦੀ ਆਰਟਿਸਟ ਨੇ ਬਣਾਇਆ। ਤੁਸੀਂ ਵੀ ਦੇਖਿਆ ਉਹਨੂੰ, ਬੜਾ ਖੂਬਸੂਰਤ ਬਣਾਇਆ। ਕੋਈ ਛੋਟੀ ਜਿਹੀ ਕਹਾਣੀ, ਜਿੰਨੀ ਇਹ ਕਹਾਣੀ ਪੜ੍ਹੀ ਗਈ ਆ ਮੈਂ ਨਾ ਹੋਰ ਕਹਾਣੀਆਂ ਨਹੀਂ ਪੜ੍ਹੀ। ਫਿਰ ਵਾਲਦੈਨ ਨੇ ਵੀ ਫੌਰਨ ਜਦੋਂ ਪੜ੍ਹੀ ਉਹਨਾਂ ਨੇ ਯਾਰ ਇਹ ਤਾਂ ਬਹੁਤ ਅੱਛੀ ਕਹਾਣੀ ਸਾਡੇ ਛੋਟੇ ਬੱਚੇ ਲਈ। ਔਰ ਇਹ ਇੰਨੀ ਪਾਪੂਲਰ ਹੋਈ ਯਕਦਮ, ਮੈਂ ਨਹੀਂ ਸਮਝਦਾ ਕਿ ਇੰਨੀ ਜਲਦੀ ਕੋਈ ਕਹਾਣੀ ਇਸ ਤਰ੍ਹਾਂ ਦਾ ਕਨਸੈਪਟ ਜਿਹੜਾ ਪਾਪੂਲਰ ਹੁੰਦਾ ਹੋਵੇ। ਔਰ ਮੈਂ ਦੇਖਿਆ ਕਿ ਹੋਰ ਅਦਾਰੇ ਵੀ ਅਡਾਪਟ ਕਰ ਰਹੇ ਨੇ। ਅੱਛੀ ਗੱਲ ਹੈ ਅਡਾਪਟ ਕਰਨਾ ਉਹਨਾਂ ਨੂੰ। ਤੇ ਹੋ ਸਕਦਾ ਅਗਲੀ ਮੇਰੀ ਜਿਹੜੀ ਆਉਣ ਵਾਲੀ ਕਿਤਾਬ ਹੋਵੇ ਇਸੇ ਤਰ੍ਹਾਂ ਹੀ ਸਮਾਰਟ ਸਟੋਰੀ ਤੇ ਹੋਵੇ। ਤੇ ਔਰ ਇਹ ਬਹੁਤ ਪਾਪੂਲਰ ਹੈ ਔਰ ਬੱਚਿਆਂ ਲਈ। ਔਰ ਇਹਦੇ ਵਿੱਚ ਖਾਸ ਤੌਰ ਤੇ ਇਹ ਜਿਹੜਾ ਮੌਜ਼ੂਆਤ ਦੇ ਹਿਸਾਬ ਨਾਲ ਵੀ ਇਹਦੇ ਵਿੱਚ ਥੋੜੀ ਜਿਹੀ ਅਲੱਗ ਤੋਂ ਇਹਨੂੰ ਕੀਤਾ, ਮਨਫਰਦ ਕੀਤਾ ਗਿਆ ਕਿ ਨੇਚਰ ਨਾਲ ਗੱਲਾਂ ਹੋਣ ਬੱਚੇ ਦੀਆਂ, ਬੱਚੇ ਦੀ ਜਿਹੜੀ ਅੰਦਰ ਤਖਲੀਕੀ ਸਲਾਹੀਅਤ ਹੈ ਉਹਨੂੰ ਉਭਾਰਨ ਵਾਸਤੇ ਕੁਝ ਚੀਜ਼ਾਂ ਨਾਲ ਗੁਫ਼ਤਗੂ ਕੀਤੀ, ਉਹਦੇ ਸਟਾਈਲ ਬੱਚੇ ਦੇ ਦਿਲ 'ਚ ਸਵਾਲ ਕ੍ਰੀਏਟ ਕਰਨਾ। ਅੱਛਾ ਅਮਜਦ ਸਾਹਿਬ, ਤੁਸੀਂ ਬੜੀ ਅਰਲੀ ਏਜ 'ਚ ਮੇਰੇ ਹਾਲ ਟੀਵੀ ਡਰਾਮੇ ਵੀ ਲਿਖੇ। ਹਾਂਜੀ, ਉਹ ਕਿਹੜਾ ਦੌਰ ਸੀ ਤੇ ਕਿਹੜੇ ਚੈਨਲ ਲਈ? ਇਹ ਮੇਰੇ ਖਿਆਲ 2006-7 ਦਾ ਦੌਰ ਸੀ। ਉਹ ATV ਦਾ ਤਾਂ ਬੜਾ ਸੀ ਔਰ ਮੇਰੇ ਉਸਤਾਦ ਮੁਹਤਰਮ ਆਸਫ ਅਲੀ ਪੋਤਾ ਉਹ ਪ੍ਰੋਡਕਸ਼ਨ ਹੈਡ ਸੀ ਉਹਦੇ। ਉਹ ਇਸ ਤਰ੍ਹਾਂ ਹੀ ਬਸ ਉਹਨਾਂ ਕੋਲ ਆਇਆ, ਉਹਨਾਂ ਨੂੰ ਮੈਂ ਆਪਣੀ ਕਿਤਾਬ ਪੇਸ਼ ਕਰਨਾ ਆਇਆ ਤੇ ਉਹਨਾਂ ਨੇ ਕਿਹਾ ਕਿ ਕਿਤਾਬ ਪੇਸ਼ ਕੀਤੀ ਤੇ ਉਹਨੇ ਕਿਹਾ ਨਵਾਂ ਕੁਝ ਲਿਖਿਆ ਤਾਂ ਉਹਨਾਂ ਨੇ ਕਿਹਾ ਜੀ ਮੈਂ ਲਿਖਿਆ ਹੈ। ਉਹਨਾਂ ਨੇ ਕਿਹਾ ਫੌਰਨ ਨੇ ਜਦ ਤੂੰ ਇਹਨਾਂ ਡਰਾਮਾ ਬਣਾਇਆ, ਕਿਤਾਬ ਅਜੇ ਨਹੀਂ ਆਉਣੀ ਚਾਹੀਦੀ। ਇਹ ਉਹ ਮੇਰਾ ਡਰਾਮਾ ਇਸ਼ਕਾ ਗਾਫ ਜਿਹੜਾ ਨਾਵਲ ਨਾ, ਐਕਚੁਅਲੀ ਦਾ ਨਾਮ ਸੁੱਖਾ ਸੀ। ਅੱਛਾ, ਫਿਰ ਉਹ ਸੁੱਖਾ ਨਾਮ ਤੋਂ ਉਹ ਡਰਾਮਾ ਬਣਿਆ। ਉਹ ਮੇਰੇ ਉਸਤਾਦ ਮੁਹਤਰਮ ਦੇ ਨਾਮ ATV ਤੇ ਚੱਲਿਆ। ATV ਤੇ ਸੁੱਖਾ ਤੋਂ ਇਲਾਵਾ ਕੋਈ? ਫਿਰ ਇਸ ਤੋਂ ਬਾਅਦ ਇੱਕ ਪਹਿਚਾਨ ਚੱਲਿਆ। ਲੇਕਿਨ ਫਿਰ ਇਸ ਤਰ੍ਹਾਂ ਥੋੜਾ ਜਿਹਾ ਮੇਰਾ ਆਪਣਾ ਰੁਝਾਨ ਵੀ ਕੁਝ ਹੋਰ ਮਾਮਲਾ ਤੱਕ ਚਲਾ ਗਿਆ ਤੇ ਕੁਝ ਨਾ ਬਣ ਸਕਿਆ ਸਿਲਸਿਲਾ ਕੇ। ਲੇਕਿਨ 2006 ਤੋਂ ਬਾਅਦ ਇੱਕ ਬੜਾ ਇਹਦੇ ਚ ਗਰੂਮ ਆਇਆ ਪ੍ਰੋਡਕਸ਼ਨ ਦੇ ਹਵਾਲੇ ਨਾਲ। ਤੁਹਾਡੇ ਕੋਲ ਨੇ ਨਾਵਲ ਪਏ ਸਨ, ਤੁਹਾਡੇ ਤੇ ਢੇਰ ਲੱਗ ਜਾਣੇ ਚਾਹੀਦੇ ਸਨ। ਦੇਖੋ ਇੱਕ ਮਾਮਲਾ ਕਰਾਚੀ ਚਲਾ ਗਿਆ। ਪਹਿਲੀ ਗੱਲ ਤੇ ਕਰਾਚੀ ਚਲਾ ਗਿਆ। ਦੂਸਰਾ ਉੱਥੇ
ਕਿ ਜ਼ਾਹਿਰ ਜਦੋਂ ਬੰਦਾ ਕੋਲ ਬੈਠਾ ਹੋਵੇ, ਹੂੰ ਕਿਸੇ ਨੂੰ ਜਿਹਨੂੰ ਚਾਹੀਦੀ ਚੀਜ਼ ਉਹਨੂੰ ਉਹਦੀ ਮੇਜ਼ ਤੇ ਪਈ ਹੋਵੇ, ਹੂੰ ਤਾਂ ਉਹਨੂੰ ਕੀ ਜ਼ਰੂਰਤ ਹੈ ਫੋਨ ਕਰਨ ਦੀ। ਹਾਂ ਸਹੀ। ਠੀਕ ਹੈ ਨਾ। ਇੱਕ ਗੱਲ, ਤੀਸਰੀ ਗੱਲ ਇਹ ਹੈ ਕਿ ਮੇਰਾ ਆਹ ਦਿਨਾਂ ਵਿੱਚ ਆਪਣੇ ਕੁਝ ਮਾਮਲਾਤ ਐਸੇ ਚੱਲ ਰਹੇ ਸਨ, ਤੇ ਉਹਦੇ ਨਾਲ ਫਿਰ ਮੈਂ ਤਾਂ ਅੱਜ ਸਿਰਫ ਕਹਾਣੀ ਵੱਲ ਰਹੀ ਹੈ, ਦੂਸਰੇ ਆਪਣੇ ਕੁਝ ਮਾਮਲਾਤ ਕਰ ਰਹੀ। ਉਹ ਜਿਹੜਾ ਬੰਦਾ ਨਾ ਪੂਰੇ ਕੋਸ਼ਿਸ਼ ਨਾਲ ਕਿਸੇ ਕੰਮ ਦੇ ਮਗਰ ਪੈ ਜਾਂਦਾ, ਉਹ ਨਹੀਂ ਮੈਂ ਕਰ ਸਕਿਆ। ਸਹੀ ਸਹੀ ਸਹੀ। ਤੇ ਹੁਣ ਜ਼ਰਾ ਕੁਝ ਥੋੜਾ ਮੈਂ ਰਿਲੈਕਸ ਹੋਇਆ, ਤੇ ਮੈਂ ਲਿਖਣਾ ਵੀ ਥੋੜਾ ਘੱਟ ਕਰ ਦਿੱਤਾ ਹੈ। ਹੁਣ ਮੇਰੀ ਖਾਹਿਸ਼ ਹੈ ਕਿ ਮੈਂ ਕੁਝ ਨਾ ਕੁਝ ਲਿਖਾਂ। ਨਹੀਂ ਹੁਣ ਤਾਂ ਪ੍ਰੋਡਕਸ਼ਨ ਹਾਊਸ ਮੁxtਲਿਫ ਜਗ੍ਹਾ ਤੇ ਲਾਹੌਰ ਵੀ ਸੁਣਿਆ ਕੋਈ ਪ੍ਰੋਡਕਸ਼ਨ ਹੋ ਰਹੀ ਹੈ ਡਰਾਮੇ ਦੇ ਹਵਾਲੇ ਹੁਣ ਨਾਲ। ਕੱਲਾ ਕਿਉਂਕਿ ਟੀਵੀ ਨਹੀਂ, ਹੁਣ ਟੀਵੀ ਤੇ ਕੋਈ ਦੇਖਦਾ ਨਹੀਂ। ਅੱਛਾ, ਹੁਣ ਅੱਗੇ नेटफ्लिक्स आ गए है, यूट्यूब बड़ा चैनल है, अमेज़न और ये वो इस तरह करके। तो एक वक्त आएगा कि वो होना चाहिए, मतलब कि इस मामले से निकल के अगे चले जाएंगे। ਤੇ ਪਿਛਲੇ ਦਿਨੋਂ ਇੱਕ ਬੜੇ ਮੇਰੇ ਮੋਹਤਰਮ ਡਾਇਰੈਕਟਰ ਸੀ, ਉਹਨਾਂ ਨੇ ਮੇਰੇ ਨਾਲ ਗੱਲ ਕੀਤੀ ਕਿ ਦੂਸਰੇ ਕਹਾਣੀਆਂ ਦੇ ਬਾਰੇ, ਤੇ ਉਹ ਕਹਾਣੀ ਜਿਹੜੀਆਂ ਸਾਰੀਆਂ ਉਹ ਜ਼ਿਆਦਾ नेटफ्लिक्स ਵਾਸਤੇ ਜਾਂ अमेज़न ਇਸ ਲੈਵਲ ਦੇ ਵਾਸਤੇ ਉਹ ਚੱਲ ਸਕਦੀ ਹੈ ਕਹਾਣੀ। ਤੇ ਕੁਝ ਇਸ ਤਰ੍ਹਾਂ ਦਾ ਕਰਕੇ ਉਹ ਬਹਰਹਾਲ ਉਹ ਕੁਝ ਚੀਜ਼ ਆਏਗੀ ਸਾਹਮਣੇ, ਤੇ इंशाल्लाह ਕਰਾਂਗੇ। ਅੱਛਾ ਅਮਜਦ ਸਾਹਿਬ, ਖਲੀਲੁਰ ਰਹਿਮਾਨ ਕਮਰ ਸਾਹਿਬ ਦਾਵਾ ਕਰਦੇ ਨੇ ਕਿ ਉਹਨਾਂ ਦੀ ਸ਼ਾਇਰੀ ਜਿਹੜੀ ਹੈ ਪੂਰੇ ਬਹਿਰ ਦੇ ਨਾਲ, ਪੂਰੇ ਵਜ਼ਨਾਂ ਨਾਲ ਉਤਰਦੀ ਹੈ। ਤੁਸੀਂ ਵੀ ਕਿਸੇ ਦੌਰ 'ਚ ਸ਼ਾਇਰੀ ਕਰਦੇ ਰਹੇ ਹੋ, ਸ਼ਾਇਦ ਅੱਜ ਵੀ ਕਰਦੇ ਹੋਵੋਗੇ। ਕੀ ਵਾਕਈ ਇਸ ਤਰ੍ਹਾਂ ਹੁੰਦਾ? ਇੱਕ ਸਵਾਲ ਹੋਰ, ਅੱਛਾ, ਕਿ ਕਹਾਣੀ ਤੁਹਾਡੇ ਤੇ ਉਤਰਦੀ ਆ ਜਾਂ ਕਹਾਣੀ ਬਣਾਉਂਦੇ ਜੀ? ਹਾਂਜੀ, ਇਹ ਠੀਕ ਹੋ ਗਿਆ। ਦੇਖੋ ਜੀ, ਸ਼ਾਇਰ ਦੇ ਬਾਰੇ ਤੇ ਇਹੀ ਕਿਹਾ ਜਾ ਸਕਦਾ ਹੈ ਨਾ, ਕੋਈ ਜਿੰਨੀ ਜ਼ਿਆਦਾ ਮਸ਼ਕ ਕਰਦਾ ਹੈ ਉਹ ਉਸ ਤਰ੍ਹਾਂ ਅਗਰ ਮਸ਼ਕ ਦੇ ਵਿੱਚ ਡੁੱਬ ਜਾਏ ਔਰ ਕੁਝ ਖਾਸ ਬਹਿਰਾਂ ਜਿਹੜੀਆਂ ਉਹਨਾਂ ਦੇ ਉੱਤੇ ਉਹਦੀ ਜ਼ਿਆਦਾ ਨੇ ਸੋਚਿਆ ਹੋਏ, ਉਹ ਤੋਂ ਜ਼ਿਆਦਾ ਜਿਵੇਂ ਕੋਈ ਮੌਸੀਕਾਰ ਜਾਂ ਗਾਇਕ ਰਿਆਜ਼ ਕਰਦਾ ਹੈ, ਅਗਰ ਇਸ ਤਰ੍ਹਾਂ ਤਾਂ ਹੋਵੇ ਤੇ ਉਹ ਜ਼ਾਹਿਰ ਹੈ ਉਹ ਬਹਿਰਾਂ ਤੇ ਉੱਤੇ ਉਹ ਸਟੋਨ 'ਚ ਹੁੰਦਾ ਨਾ ਅਬੂਰ, ਤੇ ਉਹ ਉਤਰ ਸਕਦੀ ਹੈ। ਤੇ ਬਾਕੀ ਰਹੀ ਕਹਾਣੀ, ਉਹ ਸ਼ਾਇਰੀ ਕਿਸ ਤਰ੍ਹਾਂ ਕਰਦੇ ਨੇ ਕਿਸ ਤਰ੍ਹਾਂ ਨਹੀਂ ਕਰਦੇ ਨੇ, ਬਹਿਰਾ ਜਿਹੜਾ ਕਮਰ ਸਾਹਿਬ ਦਾ ਦਾਵਾ ਉਹ ਠੀਕ ਹੈ? ਹਾਂ, ਹੋ ਸਕਦਾ, ਮੁਮਕਿਨ ਹੈ। ਅੱਛਾ, ਤੇ ਦੂਸਰੀ ਜਿਹੜੀ ਹੈ ਕਹਾਣੀ ਉਤਰਨਾ, ਜ਼ਾਹਿਰ ਹੈ ਕਹਾਣੀ ਦਾ ਕੁਛ ਨਾ ਕੁਛ ਖਾਕਾ ਜ਼ਿਹਨ ਤੇ ਉੱਤੇ ਉਤਰਦਾ ਤੇ ਉਹ ਕਰ ਲੈਂਦਾ ਨਾ। ਇਹ ਜਿਹੜੇ ਬਾਅਦ 'ਚ ਹੁੰਦੇ ਨਾ, ਬਹੁਤ ਲੋਕ ਇਹਦਾ ਐਂਡ ਕੀ ਕਰਨਾ ਹੈ ਤੇ ਉਹ ਕੀ ਹੁੰਦਾ ਹੈ, ਤੇ ਉਹ ਫਿਰ ਕਹਾਣੀ ਨੂੰ ਕੋਈ ਬਿਹਤਰ ਬਣਾਉਣ ਵਾਸਤੇ, ਇੱਕ ਮਜ਼ੀਦ ਕੁਝ ਕਰਨ ਵਾਸਤੇ ਇਹਦੇ 'ਚ ਕਰਦਾ। ਕਹਾਣੀ ਵੀ ਉਤਰਦੀ ਹੈ ਪੂਰੀ ਤਰੀਕੇ ਨਾਲ, ਪੂਰੀ ਕਹਾਣੀ ਉਤਰ ਜਾਂਦੀ ਹੈ। ਬਸ ਐਂਡ ਵਗੈਰਾ ਕੋਈ ਬਾਜ਼ ਔਕਾਤ ਬਣਾਉਂਦੇ ਹੋ ਜਾਂ ਬਾਜ਼ ਔਕਾਤ ਜਿਹੜਾ ਨਾ, ਅਗਰ ਕੋਈ ਕਿਸੇ ਦੀ ਦੇਖੋ ਨਾ, ਕਿ ਮੈਂ ਖਾਸ ਤੌਰ ਤੇ ਮੈਂ ਸ਼ੋਬੇ 'ਚ ਦੇਖਿਆ ਡਰਾਮਾ ਵਗੈਰਾ ਦੇ ਵਿੱਚ, ਤੁਸੀਂ ਵੀ ਇਸ ਚੀਜ਼ ਤੋਂ ਵਾਕਿਫ ਹੋ ਕਿ ਜਿਹੜਾ ਪ੍ਰੋਡਿਊਸਰ ਹੈ ਜਾਂ ਡਾਇਰੈਕਟਰ ਹੈ ਜਾਂ ਦੂਸਰੇ ਕੁਝ ਲੋਕ ਹੈ, ਉਹ ਕਹਿੰਦੇ ਜੀ ਅੱਛਾ ਜੀ ਇੰਜ ਨਹੀਂ ਇੰਜ ਚਾਹੀਦਾ, ਤੇ ਫਿਰ ਉਹਦੇ ਵਿੱਚ ਉਹਨੂੰ ਆਲਟਰੇਸ਼ਨ ਕਰਨੀ ਪੈਂਦੀ ਹੈ। ਤੇ ਫਿਰ ਉਹ ਉਹਦੇ ਵਿੱਚ ਕੁਝ ਲੇਕਿਨ ਉਹ ਇੱਕ ਚੀਜ਼ ਜਿਹੜੀ ਹੈ ਉਹਦੇ ਉਹ ਪੂਰਾ ਖਾਕਾ ਪੂਰਾ ਉਤਰਿਆ। ਹਾਂਜੀ ਬਿਲਕੁਲ, ਯਾਨੀ ਕਿ ਤੁਹਾਡਾ ਦਾਵਾ ਵਾ ਕਿ ਜਿਹੜੇ ਲੋਕ ਇਹ ਦਾਵਾ ਕਰਦੇ ਕਹਾਣੀ ਉਤਰਦੀ, ਕਹਾਣੀ ਵਾਕਿਆ ਉਤਰਦੀ। ਹਾਂਜੀ ਬਿਲਕੁਲ ਉਤਰਦੀ ਹੈ ਜੀ, ਬਿਲਕੁਲ। ਹਾਂਜੀ। ਅੱਛਾ ਅਮਜਦ ਸਾਹਿਬ, ਤੁਸੀਂ ਜੋ ਕੁਛ ਅੱਜ ਤੱਕ ਲਿਖਿਆ ਉਹ ਮੁਆਵਜ਼ਾ ਲੈ ਕੇ ਲਿਖਿਆ ਜਾਂ ਬਸ ਮੁਫਤਾ ਵੀ ਲੱਗਦਾ? ਇੱਕ ਵਕਤ ਸੀ ਮੈਨੂੰ ਅਦਾਵਤ ਸੀ ਕਿ ਬਗੈਰ ਮੁਆਵਜ਼ੇ ਤੋਂ ਲਿਖਿਆ ਨਾ। ਅੱਛਾ, ਬੜਾ ਫੇਵਰਟ ਸਾਲ ਹੈ ਉਹਦੇ 'ਚ, ਇਹਦੇ 'ਚ ਮੁਫਤੀ ਚੱਲਦਾ ਰਿਹਾ। ਕਿ ਫਿਰ ਇੱਕ ਵਕਤ ਆਇਆ ਕਿ ਜ਼ਾਹਿਰ ਹੈ ਕਿ ਜਦੋਂ ਮੈਂ ਵਕਤ ਦਿੰਦਾ ਉਹਦੇ ਨਾਲ ਕੁਝ ਕਰਨਾ, ਤਾਂ ਫਿਰ ਮੈਂ ਉਹਦਾ ਇਜ਼ਾਜ਼ੀਆ ਜਾਂ ਉਹਦਾ ਆਊਟਪੁੱਟ ਜਾਂ ਕੁਝ ਉਹਦੇ ਨਾਲ ਲੈਣਾ। ਮਤਲਬ ਅੱਜ ਚਾਹੀਦਾ ਕਿ ਪ੍ਰੋਫੈਸ਼ਨਲ ਹੋਣਾ ਚਾਹੀਦਾ, ਮੈਨੂੰ ਸਮਝ ਆਈ ਹੈ। ਬਲਕਿ ਮਨਸਿਆ ਮਿਰਜ਼ਾ ਸਾਹਿਬ ਜਿਹੜਾ ਨਾ, ਉਹਨਾਂ ਨੇ ਉਹ ਬਲਕਿ ਨਸੀਹਤ ਕੀਤੀ ਸੀ ਕਿ ਉਹਨੇ ਮਿਨੀਮਮ ਕੁਝ ਹੋਵੇ, ਲੇਕਿਨ ਇੱਕ ਰਾਈਟਰ ਨੂੰ ਪ੍ਰੋਫੈਸ਼ਨਲ ਹੋਣਾ ਚਾਹੀਦਾ, ਤਾਂ ਹੀ ਉਹ ਮਾਰਕੀਟ ਦੇ ਵਿੱਚ ਆ ਕੇ ਆਪਣੀ ਕੁਝ ਨਾ ਉਹ ਚੀਜ਼ ਕਰ ਸਕਦਾ। ਇਹਦੇ ਨਾਲ ਆਪਣਾ ਟੈਲੈਂਟ ਵੱਧਦਾ ਹੈ। ਅੱਛਾ, ਨਵੇਂ ਲਿਖਾਰੀਆਂ ਨੂੰ ਕੀ ਮਸ਼ਵਰਾ ਦਿਓਗੇ? ਸਭ ਤੋਂ ਪਹਿਲੇ ਤਾਂ ਮੈਂ ਉਹਨਾਂ ਨੂੰ ਇਹ ਮਸ਼ਵਰਾ ਦਾਂਗਾ ਕਿ ਉਹ ਆਪਣੀ ਕਿਤਾਬ ਦੇ ਮਗਰ ਨਾ ਪੈਣ। ਫੌਰੀ ਜੀ ਮੈਨੂੰ ਕਿਤਾਬ ਆਉਣੀ ਚਾਹੀਦੀ, ਨਥਿੰਗ ਐਲਸ, ਉਹ ਨਹੀਂ ਆਉਣੀ ਚਾਹੀਦੀ। ਉਹ ਪਹਿਲੇ ਆਪਣੀ ਤਹਿਰੀਰ ਨੂੰ ਇਸ ਤਰ੍ਹਾਂ ਸਾਬਤ ਕਰਨ ਕਿ ਉਹ ਵਾਕਿਆ ਲਿਖ ਸਕਦੇ ਨੇ। ਇਹ ਦੇਖੋ ਨਾ, ਹੁਣ ਕੋਈ ਜ਼ਰੂਰੀ ਨਹੀਂ ਹੈਗਾ ਕਿ ਤੁਸੀਂ ਕਿਤਾਬ ਆਉਣੀ ਚਾਹੀਦੀ ਹੈ, ਫਾਰਮੈਟ ਤਬਦੀਲ ਹੋ ਰਹੇ ਨੇ, ਡਿਜੀਟਲ ਦੇ ਆ ਰਹੇ ਨੇ, ਲੇਕਿਨ ਰਾਈਟਰ ਦੀ ਅਹਿਮੀਅਤ ਹੈ। ਰਾਈਟਰ ਨੂੰ ਚਾਹੀਦਾ ਕਿ ਆਪਣੀ ਅਹਿਮੀਅਤ ਆਪ ਬਣਾਏ। ਉਹਦੇ ਡਿਜੀਟਲ ਦੇ ਰਾਹ ਵੀ ਖੁੱਲੇ ਨੇ, ਉਹਦੇ ਲਈ ਕਿਤਾਬ ਦੇ ਰਾਹ ਵੀ ਖੁੱਲੇ ਨੇ। ਪਰ ਇਹ ਵੀ ਗੱਲ ਹੈ, ਕਿਤਾਬ ਮਰਨ ਨਹੀਂ ਲੱਗੀ, ਕਿਤਾਬ ਆਏਗੀ, ਲੇਕਿਨ ਤੁਸੀਂ ਥੋੜਾ ਜਿਹਾ ਹੌਸਲਾ, ਪੈਸ਼ਨ ਉਹਦੇ 'ਚ ਰੱਖੋ ਆਪਣਾ, ਉਹਦੇ ਤੇ ਥੋੜਾ ਸਬਰ ਵੀ ਕਰੋ ਉਹਦੇ ਤੇ, ਤਾਂ ਕਿ ਤੁਸੀਂ ਜਿਸ ਤਰ੍ਹਾਂ ਆਪਣੇ ਆਪ ਨੂੰ ਸਾਬਤ ਕਰੋ। ਤੇ ਕਿਤਾਬਾਂ ਤੇ ਆਉਂਦੀਆਂ ਰਹਿੰਦੀਆਂ, ਉਹਦੇ ਵਿੱਚ ਕੋਈ ਮਸਲਾ ਨਹੀਂ ਹੈ। ਸੋਸ਼ਲ ਮੀਡੀਆ ਨੇ ਲਿਖਾਰੀ ਨੂੰ ਖਰਾਬ ਨਹੀਂ ਕੀਤਾ?
ਤੁਹਾਡਾ ਕੀ ਖਿਆਲ ਹੈ? ਹਾਂ ਕਾਫੀ ਹੱਦ ਤੱਕ ਖਰਾਬ ਕੀਤਾ ਕਿ ਦੇਖੋ ਮਸਲ ਮੈਂ ਸਮਝਦਾ ਵਾਂ ਕਿ ਮੈਂ ਪਹਿਲੀ ਤਹਿਰੀਰ ਜੋ ਸੋਸ਼ਲ ਤੇ ਪਾਈ ਨਾ ਫੇਸਬੁੱਕ ਤੇ ਮੈਨੂੰ ਬੜੀ ਅਜੀਬੋ-ਗਰੀਬ ਜੀ ਹੈਰਤ ਹੋਈ ਕਿ ਯਾਰ ਉਹਨਾਂ ਨੇ ਕੁਝ ਪੁੱਛਿਆ ਹੀ ਨਹੀਂ ਮੈਨੂੰ ਕਿ ਜੇ ਇਹ ਚੀਜ਼ ਗਲਤ ਹੈ, ਇਹ ਚੀਜ਼ ਬਸ ਇਹ ਚੀਜ਼ ਹੋਣੀ ਚਾਹੀਦੀ ਹੈ। ਇੱਕ ਐਡੀਟਰ ਦੀ ਜਿਹੜੀ ਛੜੀ ਜਾਂ ਕਲਮ ਆ ਉਹ ਰਹਿਣਾ ਚਾਹੀਦਾ। ਹਾਂਜੀ ਨਹੀਂ ਮੈਂ ਹੁਣ ਮੈਂ ਤੁਹਾਨੂੰ ਦੱਸਣਾ ਅਰਜ਼ ਕਰਨਾ ਕਿ ਅਸੀਂ ਸਾਡਾ ਦੌਰ ਜਿਹੜਾ ਸੀ ਨਾ ਜਿੱਥੇ ਅਸੀਂ ਲਿਖਦੇ ਸਾਂ ਮਸਲ ਕਹਾਣੀ ਲਿਖੀ ਹੈ ਔਰ ਮੈਂ ਸਮਝਦਾ ਸਭ ਤੋਂ ਜ਼ਿਆਦਾ ਡਾਈਜੈਸਟ ਰਾਈਟਰ ਜਿਹੜਾ ਨਾ ਉਹ ਇਸ ਭੱਠੀ 'ਚ ਗੁਜ਼ਰਦਾ ਕਿ ਉਹ ਇੱਕ ਕਹਾਣੀ ਪਾਈ ਹੈ ਤੇ ਅਗਲੇ ਮਹੀਨੇ ਉਹਦੇ ਆਊਟਪੁੱਟ ਲੱਭ ਜਾਂਦੀ। ਕਿਤਾਬ ਤੇ ਹੈ ਨਾ ਕਿਤਾਬ ਆਈ ਹੈ ਉਹਦੇ ਕੋਲ ਸਾਲ 2 ਸਾਲ ਬਾਅਦ ਲੋਕਾਂ ਤੱਕ ਜਿੰਨੀ ਰੀਚ ਹੋਏਗੀ ਜਾ ਕੇ ਫਿਰ ਉਹ ਤੱਕ ਉਹਨਾਂ ਦੇ ਵਿੱਚੋਂ ਵੀ ਬਹੁਤ ਕਮ ਲੋਕ ਉਹਦਾ ਫੀਡਬੈਕ ਦਿੰਦੇ ਨੇ। ਜਿਹੜਾ ਡਾਈਜੈਸਟ ਹੈ ਨਾ ਅੱਜ ਆਈ ਹੈ ਮਹੀਨੇ ਬਾਅਦ ਆਏਗੀ ਅਗਲੇ ਮਹੀਨੇ ਤੁਹਾਨੂੰ ਦਾ ਆਊਟਪੁੱਟ ਮਿਲ ਜਾਏਗਾ ਤੇ ਤੁਹਾਨੂੰ ਪਤਾ ਲੱਗ ਜਾਏਗਾ ਤੁਸੀਂ ਕਿਸ ਜਗ੍ਹਾ ਤੇ ਹੋ। ਔਰ ਅਸੀਂ ਨਾ ਸਾਡੀ ਤਰਬੀਅਤ ਆਪਣੇ ਦੌਰ ਦੇ ਲੋਕਾਂ ਦੀ ਤਰਬੀਅਤ ਹੋਈ ਇਸ ਤਰ੍ਹਾਂ ਕਿ ਉਹ ਇੱਕ ਰਸਤੇ ਦੇ ਵਿੱਚੋਂ ਪਿਊਰੀਫਾਈ ਹੋ ਕੇ ਔਰ ਐਡੀਟਰ ਜਿਹੜਾ ਹੁੰਦਾ ਸੀ ਉਹ ਬੜਾ ਸਬਰ ਬਰਦਾਸ਼ਤ ਔਰ ਬੜੇ ਵਿਜ਼ਨ ਵਾਲਾ ਹੁੰਦਾ ਸੀ। ਉਹ ਫਿਰ ਉਹਨੂੰ ਲੈ ਕੇ ਟੁਰਦਾ ਸੀ ਉਹਦੀ ਕਹਾਣੀ ਦੇ ਵਿੱਚ ਅਗਰ ਕੋਈ ਥੋੜੀ ਬਹੁਤੀ ਕਮੀ ਕੁਤਾਈ ਉਹਨੂੰ ਵੀ ਦੂਰ ਕਰਦਾ ਸੀ ਔਰ ਕੋਸ਼ਿਸ਼ ਹੀ ਹੁੰਦੀ ਸੀ ਤਕਰੀਬਨ ਮੇਰੇ ਤੇ ਹੈ ਕੋਸ਼ਿਸ਼ ਹੁੰਦੀ ਸੀ ਕਿ ਜਿਹੜੀ ਮੇਰੀ ਪਿਛਲੀ ਕਹਾਣੀ ਹੈ ਨਾ ਉਹਦੀ ਜਿਹੜੀ ਗਲਤੀਆਂ ਸੀ ਉਹ ਅਗਲੀ ਕਹਾਣੀ ਬਿਲਕੁਲ ਅਗਲੀ ਕਹਾਣੀ ਹੋਣੀ ਚਾਹੀਦੀ। ਅੱਛਾ ਉਹ ਨਿਤ ਤਜਰਬਾਤ ਸਾਹਮਣੇ ਆਉਂਦੇ ਹੁੰਦੇ ਸੀ ਨਵੀਂ ਖਾਮੀਆਂ ਆਉਂਦੀਆਂ ਸੀ ਸਾਹਮਣੇ ਖੂਬੀਆਂ ਨਵੀਆਂ ਆਉਂਦੀਆਂ ਸੀ ਇਹ ਮੈਨੂੰ ਕਰਨਾ ਹੈ ਇਹ ਮੈਂ ਨਹੀਂ ਕਰਨਾ। ਅੱਛਾ ਅਸੀਂ ਦੇਖਦੇ ਹਾਂ ਕਿ ਲਿਖਾਰੀ ਹੋਣ ਜਦੋਂ ਕਿਸੇ ਪਾਸੇ ਕੋਈ ਚੀਜ਼ ਨਹੀਂ ਜਿਹੜੇ ਉਹਨਾਂ ਚੋਂ ਅਮੀਰ ਨੇ ਉਹ ਜ਼ਾਤੀ ਜੇਬ ਖਰਚ ਤੇ ਨਾਵਲ ਛਪਾਉਣੇ ਸ਼ੁਰੂ ਕਰਤੇ ਉਹਨਾਂ ਨੇ ਠੀਕ ਹੈ। ਉਹ ਜਦੋਂ ਨਾਵਲ ਛਪਦੇ ਨੇ ਤੇ ਉਹਨਾਂ 'ਚ ਗਲਤੀਆਂ ਦੀ ਇੰਨੀ ਕਿ ਭਰਮਾਰ ਹੁੰਦੀ ਹੈ ਕੋਈ ਮੁਹਾਵਰੇ ਦੀਆਂ ਗਲਤੀਆਂ ਜ਼ਬਾਨੋਂ ਬਿਆਨ ਦੀਆਂ ਗਲਤੀਆਂ ਤੇ ਇਹਨਾਂ ਗਲਤੀਆਂ ਨੂੰ ਕਿਆ ਉਸ ਪਬਲਿਸ਼ਿੰਗ ਅਦਾਰੇ ਦਾ ਫਰਜ਼ ਨਹੀਂ ਕਿ ਨਾ ਜਾਣ ਦੇਣ ਉਹ ਆਪਣੇ ਐਡੀਟਰ ਰੱਖਣ ਅਗਰ ਇਹੀ ਕੰਮ ਕਰਨਾ ਵਾ ਤੇ ਉਹ ਆਪਣੇ ਪਬਲਿਸ਼ਿੰਗ ਦੇਖੋ ਜੋ ਪਹਿਲੇ ਇੱਕ ਬੜਾ ਫਿਕਰਾ ਬਣਾ शायर का एक मिसरा है कि मुस्तनद है हमारा फरमाया हुआ बस इस टाइप दी कि जो ਅਸੀਂ ਕਹਿਤਾ ਸੋ ਕਹਿਤਾ ਤੇ ਉਹ ਜਿਹੜਾ ਖੁੰਬੀਆਂ ਤਰ੍ਹਾਂ ਉੱਗੇ ਹੋਏ ਰਾਈਟਰਸ ਜਿਹੜੇ ਨੇ ਨਾ ਨਵੇਂ ਬੱਚੇ ਉਹ ਇਸ ਸਾਲ ਧਿਆਨ ਨਹੀਂ ਦਿੰਦੇ ਕਿ ਸਾਡੀ ਤਹਿਰੀਰ 'ਚ ਖਾਮੀ ਖੂਬੀ ਕੀ ਉਹ ਕਹਿੰਦੇ ਕਿ ਜੋ ਅਸੀਂ ਫਰਮਾ ਦਿੱਤਾ ਹੈ ਨਾ ਉਹ ਮੁਸਤਨਦ ਹੈ। ਉਹ ਫਿਰ ਜਿਹੜਾ ਕਿਤਾਬ ਛਾਪ ਰਿਹਾ ਹੁੰਦਾ ਨਾ ਜਦੋਂ ਮੇਰੇ ਕੋਲ ਪੈਸੇ ਮੈਂ ਦੇ ਕੇ ਕਿਤਾਬ ਚਾਹਤਾ ਮੈਂ ਉਹਨੂੰ ਕਹਿੰਦਾ ਵੀ ਮੇਰੀ ਇਸ ਕਿਤਾਬ ਵਿੱਚ ਕੋਈ ਜ਼ੇਰ ਜ਼ਬਰ ਦੀ ਗਲਤੀ ਨਹੀਂ ਹੋਣੀ ਚਾਹੀਦੀ ਔਰ ਇਹ ਨਹੀਂ ਹੋਣਾ ਚਾਹੀਦਾ ਫਿਰ ਉਹਨੂੰ ਕੀ ਸਿਰ ਪੀੜ ਹੈ ਮਤਲਬ ਇੱਕ ਪਬਲਿਸ਼ਰ ਨੂੰ ਕੀ ਸਿਰ ਪੀੜ ਹੈ ਉਹ ਫਿਰ ਐਜ਼ ਇਟ ਇਜ਼ ਉਹਨੂੰ ਛਾਪ ਦਿੰਦਾ ਹੈ ਤੇ ਉਹ ਪਬਲਿਸ਼ਰ ਤਾਂ ਕਮਾ ਰਿਹਾ ਔਰ ਉਹਨੂੰ ਕਮਾਉਣਾ ਵੀ ਚਾਹੀਦਾ। ਨਹੀਂ ਮੇਰਾ ਇੱਕ ਸਵਾਲ ਆ ਕਿ ਪਬਲਿਸ਼ਰ ਅਗਰ ਕਮਾ ਵੀ ਰਿਹਾ ਤੇ ਕਿਆ ਪਬਲਿਸ਼ਰ ਨੂੰ ਉਹਦੀ ਕਿਤਾਬ ਕਿਸੇ ਅੱਛੇ ਲਿਖਾਰੀ ਕੋ ਚੈੱਕ ਨਹੀਂ ਕਰਾਉਣੀ ਚਾਹੀਦੀ? ਨਹੀਂ ਅੱਗੇ ਹੈ ਵਤੀਰਾ ਹੈ ਸੀ ਲਿਖਾਰੀ ਮਾਈਂਡ ਕਿਉਂਕਿ ਮੇਰੇ ਫੈਸਲਾਬਾਦ ਇੱਕ ਦੋ ਦੋਸਤਾਂ ਨਾਲ ਗੱਲ ਹੋਈ ਉਹਨਾਂ ਕੋ ਨਾਵਲ ਪਏ ਸਨ ਮੈਂ ਕਿਹਾ ਪੁੱਛਿਆ ਕਿਹਨਾਂ ਦੇ ਹੈ ਜੀ ਫਲਾਣੇ ਪਬਲਿਸ਼ਿੰਗ ਅਦਾਰੇ ਨੇ ਸਾਨੂੰ ਅਦੀ ਨੋਕ ਪਲਕ ਦਰੁਸਤ ਕਰਨ ਦੇ ਪੈਸੇ ਦਿੱਤੇ ਆ ਤੇ ਅਸੀਂ ਇਹਨੂੰ ਠੀਕ ਕਰਨਾ ਕਿਆ ਹੋਣੀ ਨਹੀਂ ਚਾਹੀਦੀ? ਹੋਣਾ ਚਾਹੀਦਾ ਔਰ ਹੁੰਦਾ ਸੀ ਮਤਲਬ ਮੈਂ ਮੈਨੂੰ ਮਤਲਬ ਕਿ ਦੇਖਦਾ ਰਹਿਣਾ ਚੀਜ਼ਾਂ ਨਾ ਕਿ ਜਿਹੜਾ ਪਬਲਿਸ਼ਰ ਉਹਨੇ ਕਿ 4-5 ਲੋਕ ਰੱਖੇ ਹੁੰਦੇ ਸਨ ਔਰ ਉਹਨਾਂ ਨੂੰ ਕਿਤਾਬ ਭੇਜ ਦੇਣੀ ਉਹਨਾਂ ਨੂੰ ਬਕਾਇਦਾ ਪੇ ਕਰਨਾ ਉਹਨਾਂ ਨੇ ਉਹਦੀ ਜ਼ੁਬਾਨੋਂ ਬਿਆਨ ਦੇਖਣਾ ਕਿ ਇਹਦੇ 'ਚ ਕੋਈ ਐਸਾ ਫਿਕਰਾ ਤੇ ਨਹੀਂ ਜਾ ਰਿਹਾ ਗਲਤ ਕੁਛ ਇਸ ਦੀ ਚੀਜ਼ ਤੇ ਨਹੀਂ ਜਾ ਰਹੀ ਉਹ ਫਿਰ ਸਾਰਾ ਕੁਝ ਦੇਖ ਦੂਖ ਕੇ ਦੇ ਵਿੱਚ ਨਾ ਉਹਨੂੰ ਪਿਊਰੀਫਾਈ ਕਰਕੇ ਕਿਤਾਬ ਲੈ ਕੇ ਆਉਂਦੇ ਨੇ। ਲੇਕਿਨ ਹੁਣ ਮੈਂ ਕਹਿੰਦਾ ਕਿ ਮੈਂ ਜੋ ਕਹਤਾ ਪੈਸੇ ਜੋ ਮੈਂ ਦੇ ਰਿਹਾ ਬਚਾ ਦੇ ਇਹ ਗੱਲ ਗਲਤ ਹੈ ਉਹਦੇ ਵਿੱਚ ਫਿਰ ਪਬਲਿਸ਼ਰ ਨੂੰ ਕੀ ਜ਼ਰੂਰਤ ਹੈ ਆਪਣਾ ਖਰਚਾ ਕਰਨ ਦੀ। ਅੱਛਾ ਤੁਸੀਂ ਤਸਵੁਫ ਤੇ ਲਿਖਣਾ ਸ਼ੁਰੂ ਕੀਤਾ? ਹਾਂਜੀ ਤੁਹਾਡਾ ਇੱਕ ਪੂਰਾ ਨਾਵਲ ਬੇਰੰਗ ਪਿਆ ਮਾਰਕੀਟ 'ਚ ਤਸਵੁਫ ਦੇ ਉੱਤੇ। ਹਾਂਜੀ ਤੁਹਾਡੇ ਖਿਆਲ 'ਚ ਤਸਵੁਫ ਜਿਹੜੀ ਹੈ ਉਹ ਕੀ ਚੀਜ਼ ਅਸਲ 'ਚ ਨਾ ਸ਼ਰੀਅਤ ਮੁਹੰਮਦੀ ਸੱਲੱਲਾਹੁ ਅਲੈਹਿ ਵਸੱਲਮ ਨੂੰ ਉਹ ਤੇ ਪ੍ਰੀਪੇਅਰ ਹੋਣ ਵਾਸਤੇ ਨਾ ਕੁਝ ਸਾਨੂੰ ਅਸੀਂ ਕੁਝ ਟੂਲ ਕੁਝ ਤਰੀਕੇ ਇਸਤੇਮਾਲ ਕਰਨੇ ਆ। ਸਹੀ ਬੜਾ ਟੂਲ ਔਰ ਤਰੀਕਾ ਜਿਹੜਾ ਹੈ ਨਾ ਉਹ ਚਲਾਉਣ ਵਾਸਤੇ ਉਹਦੇ ਤੇ ਆਪਣੇ ਆਪ ਨੂੰ ਉਹ ਇੱਕ ਉਹਨੂੰ ਤਸਵੁਫ ਕਿਹਾ ਜਾ ਸਕਦਾ ਹੈ। ਸਹੀ ਮਿਸਾਲ ਦੇ ਤੌਰ ਤੇ ਮੈਂ ਮਤਲਬ ਜ਼ਕਾਤ ਦੇਣੀ ਹੈ ਉਹ ਮੇਰੀ ਜ਼ਕਾਤ ਫਰਜ਼ ਕੀਤਾ ਬਣਦੀ ਹੈ 2 ਲੱਖ ਰੁਪਇਆ ਤੇ ਜਦੋਂ ਮੈਂ ਆਪਣੇ ਮਾਲ 'ਚ 2 ਲੱਖ ਰੁਪਇਆ ਕੱਢਣ ਲਾ ਤਾਂ ਮੇਰਾ ਦਿਲ ਕਰੇਗਾ ਯਾਰ ਮੈਂ ਕਿਉਂ ਕਰ ਰਿਹਾ ਤੇ ਲੇਕਿਨ ਅਗਰ ਮੈਂ ਕਿਸੇ ਅੱਲਾਹ ਵਾਲੇ ਦੀ ਤਰਬੀਅਤ ਯਾਫਤਾ ਹੋਵਾਂਗਾ ਮੈਂ ਕਿਸੇ ਰਹਿਨੁਮਾ ਦਾ ਤਰਬੀਅਤ ਯਾਫਤਾ ਹੋਵਾਂਗਾ ਤਾਂ ਮੇਰਾ ਮਾਈਂਡ ਸੈਟ ਇੱਥੇ ਲੈ ਕੇ ਆਏਗਾ ਕਿ ਯਾਰ ਇਹ ਮਾਲ ਕੁਝ ਨਹੀਂ ਹੈ ਉਹ ਮੈਨੂੰ ਲੌਜੀਕਲੀ ਔਰ ਦੱਸੇਗਾ ਕਿ ਯਾਰ ਇਹ ਮਾਲ ਇਹ ਜ਼ਕਾਤ ਦੇਗਾ ਫਿਰ ਉਹ ਮੇਰਾ ਈਮਾਨ ਇਸ ਹੱਦ ਤੱਕ ਪੁਖਤਾ ਹੋ ਜਾਏਗਾ ਕਿ ਯਾਰ ਮੈਂ 2 ਲੱਖ ਨਾਲ 1 ਲੱਖ ਹੋਰ ਵੀ ਖਰਾਦ ਦੇ ਦਿਆਂ ਤੇ ਮੇਰੇ ਮਾਲ 'ਚ ਕੋਈ ਕਮੀ ਨਹੀਂ ਆਉਣ ਲੱਗੀ। ਇਸ ਦੀ ਜਿਹੜੀ ਪ੍ਰੀਪਰੇਸ਼ਨ ਹੈ ਨਾ ਬਗੈਰ ਰਹਿਨੁਮਾਈ ਤੋਂ ਤੇ ਉਹ ਉਤੋਂ ਨਹੀਂ ਮਿਲਦੀ ਤੁਸੀਂ ਇਹਨੂੰ ਤਸਵੁਫ ਵੀ ਕਹਿ ਸਕਦੇ। ਇਹ ਮੈਂ ਇੱਕ ਮਾਮੂਲੀ ਜੀ ਮਿਸਾਲ ਹੈ। ਅੱਛਾ ਤਸਵੁਫ ਦੇ ਉੱਤੇ ਜਿਹੜੀਆਂ ਲਿਖੀਆਂ ਕਹਾਣੀਆਂ
ਜਿਸ ਤਰ੍ਹਾਂ ਹਾਸ਼ਮ ਨਦੀਮ ਦੀ ਕੋਈ ਇੱਕ ਦੋ ਤਹਿਰੀਰਾਂ ਨੇ, ਹਾਂ। ਨਾਵਲ ਨੇ ਉਹਨਾਂ ਦੇ, ਜਾਂ ਬਾਬਾ ਯਹੀਆ ਦੀਆਂ ਕੁਝ ਹੂੰ। ਉਹਨਾਂ ਦੀ ਜ਼ਿਆਦਾ ਪਜ਼ੀਰਾਈ ਨਹੀਂ ਹੈ ਸਾਡੇ ਕਾਰੀ ਦੇ ਨਜ਼ਦੀਕ? ਨਹੀਂ ਸਰ, ਇੱਕ ਹੋਰ ਵੀ ਵਜ੍ਹਾ ਹੈ ਇਹਦੀ ਹੈ ਕਿ ਨਾ ਹਰ ਦੌਰ ਦੇ ਵਿੱਚ ਨਾ ਕੋਈ ਇੱਕ ਮੌਜੂ ਜਿਹੜਾ ਨਾ ਉਹ ਬੜਾ ਪਸੰਦ ਕੀਤਾ ਜਾਂਦਾ ਕਾਰੀਨ ਦੇ ਵਿੱਚ, ਅੱਛਾ, ਜਿਹੜੀ ਐਕਚੁਅਲੀ ਫੈਕਟ ਹੈ। ਜਿਸ ਤਰ੍ਹਾਂ ਕਿਸੇ ਦੌਰ 'ਚ ਅਸ਼ਫਾਕ ਸਾਹਿਬ, ਹਾਂ ਮਤਲਬ ਕੋਈ ਦੌਰ ਫਿਕਸ਼ਨ ਦਾ ਸੀ, ਹਾਂ। ਕੁਝ ਦੌਰ ਸਾਇੰਸ ਫਿਕਸ਼ਨ ਦਾ ਬੜਾ ਰਿਹਾ ਦੌਰ, ਕਿਸੇ ਕੋਲ ਮਾਵਰਾਈ ਕਹਾਣੀ ਦਾ ਬਹੁਤ ਦੌਰ ਰਿਹਾ, ਔਰ ਮੁxtਲਫ ਹਵਾਲਿਆਂ ਨਾਲ ਹਰ ਦੌਰ ਆਂਦਾ ਖਤਮ ਹੋ ਜਾਂਦਾ, ਦੌਰ ਆ ਜਾਂਦਾ ਖਤਮ ਹੋ ਜਾਂਦਾ। ਉਹ ਕਾਰੀਨ ਦਾ ਟੇਸਟ ਵੀ ਡਿਵੈਲਪ ਹੁੰਦਾ ਹੈ ਔਰ ਜ਼ਿਆਦਾ ਸ਼ਊਰ ਵੀ ਆਂਦਾ, ਪੜ੍ਹੇ ਲਿਖੇ ਨਾਲ ਅਲੱਗ ਚੀਜ਼ਾਂ ਵੀ ਆਉਂਦੀਆਂ ਨੇ। ਤੇ ਉਹਦੇ 'ਚ ਆ ਕੇ ਕੁਝ ਅਸੀਂ ਮੈਂ ਇਸ ਵਾਸਤੇ ਜ਼ਿਆਦਾ ਮਹਿਸੂਸ ਕਰ ਰਹੇ ਹਾਂ ਕਿ ਰੀਸੈਂਟਲੀ ਜਿਹੜਾ ਨਾ ਇਸ ਮੌਜੂ ਤੇ ਬਹੁਤ ਕੁਝ ਲਿਖਿਆ ਜਾਂਦਾ ਹੈ, ਲੇਕਿਨ ਅੱਜ ਤੁਸੀਂ ਦੇਖੋ ਕਿ ਉਹ ਉਸ ਰੀਚ ਨਾਲ ਜਾਂ ਉਹਦੇ ਨਾਲ ਅੱਜ ਨਹੀਂ ਉਹਨੂੰ ਇੰਨਾ ਕੀਤਾ ਜਾਂਦਾ। ਸਹੀ ਅੱਜ ਕੋਈ ਹੋਰ ਮੌਜੂਆਤ ਨੇ ਇਸ ਵਾਸਤੇ, ਉਹ ਇਹ ਏਡਾ ਕੋਈ ਹੈ ਨਹੀਂ। ਸਹੀ ਹਾਂ, ਉਹ ਜਿਹਨਾਂ ਲੋਕਾਂ ਨੇ ਨਬਜ਼ ਪੜ੍ਹ ਲਈ ਕਿ ਅੱਜ ਦੇ ਦੌਰ ਦਾ ਕੀ ਚੀਜ਼ ਹੈ, ਅੱਛਾ ਤੇ ਉਹ ਫਿਰ ਉਸ ਤਰ੍ਹਾਂ ਲਿਖਣ ਲੱਗ ਪਏ ਚੀਜ਼ਾਂ। ਠੀਕ। ਔਰ ਇਕੱਲਾ ਦਰਬਾਰਾਂ ਦੇ ਮਾਹੌਲ ਨਾਲ ਤਸੱਵੁਫ ਨਹੀਂ ਹੁੰਦਾ, ਤਸੱਵੁਫ ਇੱਕ ਮਤਲਬ ਕਿ ਆਮ, ਮੈਂ ਸਵਾਲ ਅੱਗੇ ਤੁਹਾਡੇ ਨਾਲ ਕਰਨਾ ਚਾਹੁੰਦਾ ਸੀ ਕਿ ਆਮ ਜਿਹੜਾ ਕਾਰੀ, ਆਮ ਪਬਲਿਕ ਤੇ ਇਹੀ ਸਮਝਦੀ ਹੈ ਕਿ ਮਜ਼ਾਰਾਂ ਦੇ ਹਵਾਲੇ ਦੇ ਨਾਲ ਇਹੀ ਨਹੀਂ ਤਸੱਵੁਫ ਚੀਜ਼ ਹੋਰ ਨਾ, ਆਪਣੇ ਆਪ ਨੂੰ ਪ੍ਰੀਪੇਅਰ ਕਰਨ ਦਾ ਨਾਮ ਹੈ ਨਾ, ਕਿ ਤੁਸੀਂ ਕੁਝ ਜਾਂ ਹਰ ਇੱਕ ਦਾ ਤਸੱਵੁਫ ਦਾ ਮਤਲਬ ਹਰ ਬੰਦਾ, ਹਾਂ ਉਹ ਅਸਲ 'ਚ ਉਹ ਇਹਨੂੰ ਇੰਨਾ ਕਿ ਘਨ ਚੱਕਰ ਜਿਹਾ ਇਹਨੂੰ ਕੰਜਸਟਡ ਜਿਹਾ ਕਰ ਲਿਆ ਗਿਆ ਹੋਇਆ ਇਸ ਤਸੱਵੁਫ ਦੀ ਡੈਫੀਨੇਸ਼ਨ ਨੂੰ। ਔਰ ਅਸਲ 'ਚ ਖਾਨਕਾ ਇਹਦੇ ਕੋਈ ਮੈਂ ਸ਼ਾਰਟਲੀ ਗੱਲ ਕਰਦਾ ਪਿਆ, ਐਕਚੁਅਲੀ ਸਾਡੇ ਹਾਂ ਨਾ ਜਿਹੜਾ ਖਾਨਕਾਈ ਨਿਜ਼ਾਮ ਹੈ ਉਹ ਖਤਮ ਹੋ ਗਿਆ। ਤੇ ਖਾਨਕਾਈ ਨਿਜ਼ਾਮ ਦੇ ਵਿੱਚ ਇਨਸਾਨ ਨੂੰ ਕੂਲ ਹੋਣਾ, ਉਹਦੇ ਲਈ ਮੁਹੱਬਤ ਭਰਿਆ ਹੋਣਾ, ਇਨਸਾਨੀਅਤ ਲਈ ਦਰਦ ਰੱਖਣ ਵਾਲਾ ਜਿਹੜਾ ਇੱਕ ਵਾਰੀ ਬਣਾਉਣਾ, ਉਹਦਾ ਕੰਟਰੀਬਿਊਸ਼ਨ ਬਹੁਤ ਜ਼ਿਆਦਾ ਸੀ। ਔਰ ਇਹ ਉਸ ਦੌਰ ਦੇ ਜਿਹੜੇ ਸੂਫੀਆ ਕਰਾਮ ਸੀ, ਉਹ ਬੜੇ ਅੱਛੇ ਤਰੀਕੇ ਨਾਲ ਇਸ ਚੀਜ਼ ਨੂੰ ਜਿਹੜਾ ਨਾ ਕਰਦੇ ਸੀ ਕਿ ਲੋਕਾਂ ਦੇ ਵਿੱਚ ਲੋਕਾਂ ਲਈ ਰਹਿਮਦਿਲੀ ਪੈਦਾ ਕਰਨਾ, ਲੋਕਾਂ ਦੇ ਮਾਮਲਾਤ ਨੂੰ। ਔਰ ਉਹ ਮਤਲਬ ਇੱਕ ਵਕਤ ਸੀ ਕਿ ਲੋਕ ਬਹੁਤ ਹੀ ਜ਼ਿਆਦਾ ਭੁੱਖੇ ਹੁੰਦੇ ਸੀ, ਉਹਨਾਂ ਨੂੰ ਲੰਗਰ ਜਾਰੀ ਕਰਨਾ, ਮੇਰੇ ਕੋਲ ਜਿਸ ਕੋਲ ਪੈਸੇ ਨਹੀਂ ਹੈ ਜਾ ਕੇ ਉਹਨੇ ਢਿੱਡ ਭਰ ਲਿਆ। ਤੇ ਇਹ ਚੀਜ਼ਾਂ ਸੀ ਸਾਰੀਆਂ ਨਾ, ਇਸ ਵਜ੍ਹਾ ਨਾਲ ਨਾ ਉਹ ਇਹ ਪੂਰਾ ਇੱਕ ਸੈਟਅਪ ਹੈ ਖਾਨਕਾ, ਕਿਉਂਕਿ ਹੁਣ ਖਾਨਕਾ ਸਿਸਟਮ ਨਹੀਂ ਰਿਹਾ ਇਸ ਵਾਸਤੇ। ਲਓ ਜਨਾਬ, ਅੱਜ ਦੇ ਪ੍ਰੋਗਰਾਮ ਸਾਡੇ ਨਾਲ ਸਨ ਜਨਾਬ ਅਮਜਦ ਜਵੇਦ ਸਾਹਿਬ। ਇਹਨਾਂ ਨਾਲ ਕੁਛ ਉਹਨਾਂ ਦੇ ਦਿਲ ਦੀਆਂ ਗੱਲਾਂ, ਕੁਛ ਆਪਣੇ ਦਿਲ ਦੀਆਂ ਗੱਲਾਂ ਕੀਤੀਆਂ। ਉਮੀਦ ਆ ਤੁਹਾਨੂੰ ਵੀ ਪਸੰਦ ਆਉਣਗੀਆਂ। ਅਮਜਦ ਜਵੇਦ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਰ।